ਅੱਜ ਆਪਾਂ 1383 1383 ਅੰਗ ਤੋਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਗਿਆਨ ਸ਼ੁਰੂ ਕਰਨ ਲੱਗੇ ਹਾਂ ਜੀ। ਬਾਬਾ ਫਰੀਦ ਜੀ ਦੇ ਸ਼ੇਖ ਫਰੀਦ ਜੀ ਦੇ ਸ਼ਲੋਕ ਜਿਹੜੇ ਹੈਗੇ ਬੇਸ਼ਕੀਮਤੀ ਸ਼ਲੋਕ ਹੈਗੇ। ਇਹਦੇ ਵਿੱਚ ਜਿਹੜੀ ਹੈਗੀ ਆ ਬਹੁਤ ਹੀ ਡੂੰਘਾਈ ਹੈਗੀ ਹੈ ਸ਼ਲੋਕਾਂ ਦੇ ਵਿੱਚ। ਇਹ ਆਪਾਂ ਕੋਸ਼ਿਸ਼ ਕਰ ਰਹੇ ਹਾਂ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਦੀ ਵਿਚਾਰਨ ਦੀ ਅਤੇ ਇਹਨਾਂ ਤੋਂ ਜਿਹੜੀ ਹੈਗੀ ਆ ਇਹਨਾਂ ਦੀ ਸਮਝ ਲੈਣ ਦੀ ਬਈ ਇਹ ਕੀ ਕਹਿ ਰਹੇ ਆ ਸ਼ਲੋਕ। ਹੁਣ ਅਸੀਂ 99ਵਾਂ ਜਿਹੜਾ ਹੈਗਾ 99 ਸ਼ਲੋਕ ਲੈਣਾ ਹੈ। ਆਪਾਂ ਦੁਨੀਆ ਦੇ ਵਿੱਚ ਆਏ ਹਾਂ ਔਰ ਆਪਾਂ ਪਿੱਛੋਂ ਹੀ ਜਿਹੜੇ ਹੈਗੇ ਆਪਣੀਆਂ ਜਿਹੜੀਆਂ ਹੈਗੀਆਂ ਆਸਾਵਾਂ ਜਿਹੜੀਆਂ ਹੈਗੀਆਂ ਖਿੱਚਾਂ ਜਿਹੜੀਆਂ ਹੈਗੀਆਂ ਸੰਸਕਾਰਾਂ ਦੇ ਰੂਪ 'ਚ ਲੈ ਕੇ ਆਉਂਦੇ। ਔਰ ਜੇ ਸੰਸਕਾਰ ਹੁੰਦੇ ਉਹ ਜਿਹੇ ਜਿਹੜੇ ਹੈਗੇ ਆਪਣੀ ਜਿਹੜੀ ਹੈਗੀ ਆ ਸੰਸਾਰ ਦੇ ਵਿੱਚ ਗਤੀ ਹੁੰਦੀ ਹੈ। ਉਹ ਜਿਹੜੀ ਹੈਗੀਆਂ ਆਪਾਂ ਨੂੰ ਉਹਨੂੰ ਕਹਿੰਦੇ ਆ ਕਿਰਤ ਕਰਮ। ਉਹ ਜਿਹੜੇ ਹੈਗੇ ਆਪਾਂ ਨੂੰ ਕਿਉਂਕਿ ਉਹ ਆਪਣੇ ਅੰਦਰ ਸੰਸਕਾਰ ਹੈਗੇ ਇਸ ਕਰਕੇ ਉਹ ਪ੍ਰੇਰਿਤ ਕਰਦੇ ਆਪਾਂ ਨੂੰ ਉਸ ਕੰਮ ਦੇ ਵੱਲ, ਕਿਉਂਕਿ ਉਹ ਆਪਣੀਆਂ ਇੱਛਾਵਾਂ ਆਪਾਂ ਨੇ ਬਹੁਤ ਗਤੀ ਕੀਤੀ ਹੁੰਦੀ ਹੈ ਪਹਿਲਾਂ ਉਸ ਪਾਸੇ। ਅਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਆਪਾਂ ਨੂੰ ਫਰੀਡਮ ਹੁੰਦੀ ਆ। ਦੋ ਰਸਤੇ ਹੈਗੇ, ਸਿਰਫ ਦੋ ਜਗ੍ਹਾ 'ਤੇ ਆਪਾਂ ਦੋ ਪੈਰ ਹੈਗੇ ਆਪਣੇ, ਦੋ ਪਾਸੇ ਨੂੰ ਕੋਈ ਵੀ ਪਾਸਾ ਜਿਹੜਾ ਹੈਗਾ ਆਪਾਂ ਚੂਜ਼ ਕਰ ਸਕਦੇ ਹਾਂ। ਇੱਕ ਪਾਸਾ ਸੰਸਾਰ ਹੈਗਾ ਜੋ ਮਾਲਕ ਨੇ ਬਣਾਇਆ ਹੈਗਾ। ਇਹ ਮਾਲਕ ਪਰਮਾਤਮਾ ਜਿਹੜਾ ਹੈਗਾ ਜਿਵੇਂ ਕੋਈ ਜਿਹੜੀ ਹੈਗੀ ਆ ਕੋਈ ਗੇਮ ਜਿਹੜੀ ਹੈਗੀ ਆ ਔਰਗਨਾਈਜ਼ ਕਰਦੇ ਆ। ਦੋ ਟੀਮਾਂ ਹੁੰਦੀਆਂ ਆ ਔਰ ਦੋਨੋਂ ਟੀਮਾਂ ਖੇਡਦੀਆਂ। ਇੱਕ ਜਿੱਤਦੀ ਔਰ ਇੱਕ ਹਾਰਦੀ ਆ। ਇਸੇ ਤਰੀਕੇ ਦੇ ਨਾਲ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਕਿਉਂਕਿ ਉਹ ਹੈ ਤਾਂ ਇਕੱਲਾ ਹੀ ਹੈ, ਉਹਨੇ ਆਪਣੇ ਤੋਂ ਹੀ ਦੋਨੋਂ ਟੀਮਾਂ ਤਿਆਰ ਕੀਤੀਆਂ ਹੋਈਆਂ ਆ ਮਾਲਕ ਪਰਮਾਤਮਾ ਨੇ। ਆਪਾਂ ਵੀ ਇਹ ਪਲੇਅਰ ਹੈਗੇ, ਆਪਾਂ ਵੀ ਟੀਮ ਦਾ ਹਿੱਸਾ ਹੈਗੇ ਹਾਂ। ਅਤੇ ਆਪੋਜ਼ਿਟ ਟੀਮ ਉਹਨੇ ਫਿਕਸ ਜਿਹੜੀ ਹੈਗੀ ਉਹਦੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਜਿਹੜੀ ਹੈਗੀ ਰਾਗ ਦਵੇਸ਼ ਇਹਦੀ ਆਪੋਜ਼ਿਟ ਟੀਮ ਬਣਾਈ ਹੋਈ ਆ। ਅਤੇ ਉਹ ਬਹੁਤ ਹੀ ਤਾਕਤਵਰ ਟੀਮ ਹੈਗੀ ਔਰ ਉਹ ਜਿਹੜੀ ਹੈਗੀ ਮਾਲਕ ਨੇ ਐਸਾ ਜਿਹੜਾ ਹੈਗਾ ਮਾਲਕ ਨੇ ਐਸੀ ਖੇਡ ਔਖੀ ਕੀਤੀ ਆ ਕਿ ਉਹ ਕਿਸੇ ਖਾਸ ਜੁਗਤੀ ਤੋਂ ਬਗੈਰ ਜਿਹੜੀ ਹੈਗੀ ਉਹ ਜਿਹੜੀ ਹੈਗੀ ਉਹ ਟੀਮ ਨੂੰ ਹਰਾਇਆ ਨਹੀਂ ਜਾ ਸਕਦਾ। ਖਾਸ ਜੁਗਤੀ ਚਾਹੀਦੀ, ਖਾਸ ਟ੍ਰੇਨਿੰਗ ਚਾਹੀਦੀ ਹੈ, ਖਾਸ ਕੋਚਿੰਗ ਚਾਹੀਦੀ ਹੈ ਉਹਦੇ ਵਾਸਤੇ ਜਿਹੜਾ ਹੈਗਾ ਉਹ ਵੀ ਪਰਮਾਤਮਾ ਹੀ ਦਿੰਦਾ ਹੈ। ਉਹ ਬਖਸ਼ਿਸ਼ ਉਹ ਮਾਲਕ ਪਰਮਾਤਮਾ ਦਿੰਦਾ ਹੈ। ਉਹਦੇ ਵਾਸਤੇ ਜਿਹੜਾ ਹੈਗਾ ਆਪਾਂ ਨੂੰ ਸਾਧਨਾ ਕਰਨੀ ਪੈਂਦੀ ਹੈ। ਪਹਿਲਾਂ ਜਿਹੜਾ ਹੈਗਾ ਆਪਾਂ ਨੂੰ ਮਾਲਕ ਦੇ ਅੱਗੇ ਬੇਨਤੀ ਕਰਨੀ ਪੈਂਦੀ ਹੈ ਕਿ ਮੈਂ ਜਿਹੜਾ ਹੈਗਾ ਮੈਂ ਇਸ ਟੀਮ ਨੂੰ ਹਰਾਉਣਾ ਚਾਹੁੰਦਾ ਹਾਂ। ਉਹ ਹਰਾਏ ਬਗੈਰ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਇਹ ਗੇਮ 'ਚੋਂ ਬਾਹਰ ਨਹੀਂ ਹੋ ਸਕਦੇ। ਉਹ ਮਾਲਕ ਪਰਮਾਤਮਾ ਤੱਕ ਨਹੀਂ ਪਹੁੰਚ ਸਕਦੇ। ਇਹ ਮਾਲਕ ਦਾ ਜਿਹੜਾ ਹੈਗਾ ਰੂਲ ਹੈਗਾ, ਆਪਣੇ ਵਾਸਤੇ ਨਹੀਂ ਸਾਰਿਆਂ ਦੇ ਵਾਸਤੇ ਮਾਲਕ ਪਰਮਾਤਮਾ ਦਾ ਐਸਾ ਰੂਲ ਹੈਗਾ। ਔਰ ਉਹਦੇ ਵਾਸਤੇ ਜਿਹੜਾ ਹੈਗਾ ਮਾਲਕ ਨੇ ਜਿਹੜਾ ਹੈਗਾ ਕੋਚਿੰਗ ਰੱਖੀ ਹੋਈ ਹੈ, ਟ੍ਰੇਨਿੰਗ ਕੋਚਿੰਗ ਜਿਹੜਾ ਹੈਗਾ ਕਿਉਂਕਿ ਉਹਦੇ ਮਾਲਕ ਦੀ ਬਖਸ਼ਿਸ਼ ਲੈਣੀ ਹੈ ਅਤੇ ਉਹਦੇ ਵਾਸਤੇ ਬਖਸ਼ਿਸ਼ ਦਾ ਪਾਤਰ ਹੋਣਾ ਪਊਗਾ। ਜੇ ਹੁਣ ਕਹੀਏ ਵੀ ਸਾਨੂੰ ਜਿਹੜਾ ਹੈਗਾ ਮਾਲਕ ਪਰਮਾਤਮਾ ਦੇ ਕੋਲ ਜਿਹੜਾ ਹੈਗਾ ਮਾਲਕ ਤੱਕ ਪਹੁੰਚ ਜਾਈਏ, ਉਹ ਸਰਟੀਫਿਕੇਟ ਇਹ ਮਾਇਆ ਤੋਂ ਇਹ ਜਿਹੜੀ ਹੈਗੀ ਇਹ ਗੇਮ ਜਿੱਤ ਲਈ ਹੈ ਅਸੀਂ, ਅਤੇ ਉਹਦੇ ਵਾਸਤੇ ਭਾਈ ਆਪਾਂ ਨੂੰ ਉਸ ਗੇਮ ਦੇ ਵਾਸਤੇ ਪੂਰੀ ਦੀ ਪੂਰੀ ਤਿਆਰੀ ਕਰਨੀ ਪਊਗੀ ਭਾਈ। ਪੂਰਾ ਜਿਹੜਾ ਹੈਗਾ ਆਪਾਂ ਨੂੰ ਜੀ ਤੋੜ ਕੇ ਜਿਹੜਾ ਹੈਗਾ ਆਪਾਂ ਨੂੰ ਜਿਹੜੀ ਹੈਗੀ ਟ੍ਰੇਨਿੰਗ ਲੈਣੀ ਪਊਗੀ। ਦੁਨੀਆ ਦੇ ਵਿੱਚ ਇੱਕ ਡਾਕਟਰ ਇੰਜੀਨੀਅਰ ਬਣਦਾ ਹੈ, ਉਹਨੇ ਜਿਹੜਾ ਹੈ ਜਾ ਕੇ ਨੌਕਰੀ ਕਰਨੀ ਹੈ, ਕਮਾਈ ਕਰਨੀ ਆ ਜਿਹੜੇ ਹੈਗੇ ਆ, ਅਤੇ ਉਹਦੇ ਵਾਸਤੇ ਜਿਹੜਾ ਹੈਗਾ 25 ਸਾਲ ਲੱਗ ਜਾਂਦੇ ਆ। ਮਾਸਟਰਸ ਕਰਨ ਵਾਸਤੇ ਕਾਫੀ ਸਮਾਂ ਲੱਗ ਜਾਂਦਾ ਹੈ, ਤਾਂ ਜਾ ਕੇ ਜਿਹੜਾ ਹੈਗਾ ਉਹ ਬਖਸ਼ਿਸ਼ ਉਹ ਸਰਟੀਫਿਕੇਟ ਮਿਲਦਾ ਹੈ ਆਪਾਂ ਨੂੰ। ਅਤੇ ਇਹ ਜਿਹੜੀ ਖੇਡ ਹੈਗੀ ਇਹ ਜਿਹੜਾ ਸਭ ਤੋਂ ਜਿਹੜਾ ਹੈਗਾ ਕੀਮਤੀ ਜਿਹੜੀ ਹੈਗੀ ਆ ਗੇਮ ਹੈਗੀ, ਇਹਦੇ ਵਿੱਚੋਂ ਜੇ ਆਪਾਂ ਨੇ ਨਿਕਲਣਾ ਹੈਗਾ ਮਾਲਕ ਦੀ ਬਖਸ਼ਿਸ਼ ਤੋਂ ਬਗੈਰ ਨਿਕਲਿਆ ਨਹੀਂ ਜਾ ਸਕਦਾ। ਔਰ ਬਖਸ਼ਿਸ਼ ਵਾਸਤੇ ਮਾਲਕ ਕਹਿੰਦਾ ਹੈ ਕਿ ਮੈਂ ਕੋਚ ਰੱਖੇ ਹੋਏ ਆ,
ਉਹਨਾਂ ਦੀ ਟ੍ਰੇਨਿੰਗ ਲੈਣੀ, ਉਹਨਾਂ ਕੋਲੋਂ ਕੋਚਿੰਗ ਲੈਣੀ ਪਊਗੀ, ਕਿਉਂਕਿ ਆਪੋਜ਼ਿਟ ਟੀਮ ਜਿਹੜੀ ਹੈਗੀ ਉਹਦੇ ਕੋਲ ਆਪਾਂ ਨੂੰ ਡੇਗਣ ਦੇ ਵਾਸਤੇ ਉਹ ਤਾਂ ਬਹੁਤ ਹੀ ਜ਼ਿਆਦਾ ਜਿਹੜੇ ਐਕਸਪਰਟ ਹੈਗੇ ਆ, ਉਹਦੇ ਕੋਲ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਤਾਂ ਹੈ ਹੀ ਹੈ, ਉਹਦੇ ਕੋਲ ਸਵਾਦ ਬਹੁਤ ਪਏ ਹੋਏ, ਉਹਦੇ ਕੋਲ ਬਹੁਤ ਜ਼ਿਆਦਾ ਹਰੇਕ ਜਿਹੜੀ ਹੈ ਇੰਦਰੀਆਂ ਦੇ ਆਪਣੇ ਆਪਣੇ ਭੋਗ ਹੈਗੇ, ਆਪਣੀ ਆਪਣੀ ਫੀਲਡ ਹੈਗੀ, ਅੱਖਾਂ ਦੀ ਅਲੱਗ ਹੈ, ਕੰਨਾਂ ਦੀ ਅਲੱਗ ਹੈ, ਜੀਭ ਦੀ ਅਲੱਗ ਹੈ, ਨੱਕ ਦੀ ਅਲੱਗ ਆ, ਜਿਹੜੀ ਹੈਗੀ ਆਪਣੀ ਚਮੜੀ ਦੀ ਅਲੱਗ ਹੈ, ਸਾਰੀਆਂ ਇੰਦਰੀਆਂ ਦੇ ਅਲੱਗ-ਅਲੱਗ ਤਰ੍ਹਾਂ ਦੇ ਸਵਾਦ ਪਾਏ ਹੋਏ ਆ ਮਾਲਕ ਪਰਮਾਤਮਾ ਨੇ। ਆਇਆ ਆਪੋਜ਼ਿਟ ਟੀਮ ਕੋਲ ਹਥਿਆਰ ਜਿਹਦੇ ਨਾਲ ਆਪਾਂ ਨੂੰ ਉਹ ਹਰਾ ਦਿੰਦੀ ਆ, ਆਸਾਨੀ ਦੇ ਨਾਲ ਹਰਾ ਦਿੰਦੀ ਆ, ਔਰ ਸਾਰੀ ਦੁਨੀਆ ਹਾਰ ਕੇ ਚਲੀ ਜਾਂਦੀ ਹੈ। ਆਪਾਂ ਨੂੰ ਪਤਾ ਹੀ ਨਹੀਂ ਹੁੰਦਾ, ਆਪਣੀ ਚੋਇਸ ਹੀ ਨਹੀਂ ਹੁੰਦੀ, ਔਰ ਮਾਲਕ ਨੇ ਐਸੀ ਗੇਮ ਰੱਖੀ ਹੈ ਕਿ ਮਾਲਕ ਜਿਹੜਾ ਹੈਗਾ ਆਤੰਕ ਰਹਿੰਦਾ ਹੈ, ਮਾਲਕ ਜਿਹੜਾ ਹੈਗਾ ਆਤੰਕ ਹੈਗਾ, ਉਹ ਨਹੀਂ ਆਉਂਦਾ। ਉਹ ਕਹਿੰਦਾ ਤੇਰੀ ਖੇਡ ਹੈਗੀ ਦੋ, ਤੇਰੇ ਕੋਲ ਮੈਂ ਦੋ 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 ਫੀਲਡ ਹੈ, ਦੋ ਰਸਤੇ ਹੈਗੇ, ਦੋ ਸਵਾਦ ਪਾਏ ਹੋਏ ਆ, ਜਿਹੜੇ ਜਿੱਧਰ ਵੱਲ ਮਰਜ਼ੀ ਤੂੰ ਜਾ ਸਕਦਾ, ਤੇਰੀ ਮਰਜ਼ੀ ਹੈਗੀ ਆ ਭਾਈ, ਮੈਂ ਉਸੇ ਚਲਾਊਂਗਾ, ਮੈਂ ਤੈਨੂੰ ਦੋਨੋਂ ਪਾਸੇ ਚਲਾਉਣਾ ਮੈਂ ਹੈਗਾ, ਅਤੇ ਤੂੰ ਜਿਹੜਾ ਹੈਗਾ ਸਿਰਫ ਤੇਰੀ ਚੋਇਸ ਚਾਹੀਦੀ ਆ ਮੈਨੂੰ, ਤੇਰੇ ਵੱਲੋਂ ਮੈਨੂੰ ਜਿਹੜਾ ਹੈਗਾ ਤੇਰੀ ਇੱਛਾ ਚਾਹੀਦੀ ਹੈ ਮੈਨੂੰ। ਔਰ ਮਾਲਕ ਇੱਥੇ ਤੱਕ ਆਪਾਂ ਜਿਹੜਾ ਵੀ ਕ੍ਰਾਈਮ ਕਰਨਾ ਚਾਹੁੰਦੇ ਹਾਂ ਦੁਨੀਆ ਦਾ, ਵੱਡੇ ਤੋਂ ਵੱਡਾ ਕ੍ਰਾਈਮ ਕਰ ਸਕਦੇ ਹਾਂ ਆਪਾਂ। ਮਾਲਕ ਕਹਿੰਦਾ ਕਰ ਲਾ ਕੁਛ ਵੀ, ਕਤਲ ਕਰਨਾ ਹੈ ਕਤਲ ਕਰ ਲਾ, ਚੋਰੀ ਕਰਨੀ ਹੈ, ਠੱਗੀ ਕਰਨੀ ਹੈ, ਡਾਕੇ ਪਾਉਣੇ, ਜੋ ਮਰਜ਼ੀ ਕਰਨਾ ਹੈ ਤੂੰ ਕਰ ਲਾ। ਅੱਗੇ ਤੇਰੀ ਜਿਹੜੀ ਹੈਗੀ ਆ ਦੁਨੀਆ ਦੇ ਵਿੱਚ, ਜੇਲ੍ਹ ਦੇ ਵਿੱਚ ਤੈਨੂੰ ਜਾਣਾ ਪਊਗਾ, ਫਾਂਸੀ ਤੈਨੂੰ ਲੱਗੂਗੀ, ਗਾਹਾਂ ਜਿਹੜਾ ਹੈਗਾ ਧਰਮਰਾਜ ਬੈਠਾ ਹੋਇਆ, ਇੱਧਰੋਂ ਵੱਜੇਗਾ ਅਤੇ ਗਾਹਾਂ ਅੱਗੇ ਮੈਂ ਬਿਠਾਇਆ ਹੋਇਆ। ਆਹ ਜਿਹੜੀ ਹੈਗੀ ਖੇਡ ਹੈਗੀ ਆ, ਔਰ ਇਹ ਚੋਗਾ ਐਸਾ ਹੈ, ਪਦਾਰਥ ਐਸੇ ਹੈ, ਇਹਦੇ ਵਿੱਚ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ ਭੁੱਲ ਜਾਂਦਾ ਹੈ। ਇਹ ਭੁੱਲ ਭੁਲੇਈ ਐਸੀ ਹੈਗੀ, ਉਹਨੂੰ ਚੇਤਾ ਹੀ ਨਹੀਂ ਹੁੰਦਾ ਵੀ ਮੈਂ ਇੱਥੋਂ ਜਾਣਾ ਹੈ, ਮੇਰੀ ਮੌਤ ਵੀ ਆਉਣੀ ਹੈ। ਬਸ ਇਹਦੇ ਵਿੱਚ ਫਸ ਕੇ ਜਿਹੜਾ ਹੈਗਾ ਇੱਕਦਮ ਜਿਹੜਾ ਹੈਗਾ ਉਹ ਬਸ ਮਾਇਆ ਦੇ ਪਦਾਰਥਾਂ ਦੇ ਭੋਗਾਂ ਦੇ ਵਿੱਚ ਲੱਗ ਜਾਂਦਾ ਹੈ। ਫਰੀਦ ਜੀ ਜਿਹੜੇ ਹੈਗੇ ਇਸੇ ਗੱਲ ਨੂੰ ਫਰੀਦ ਜੀ ਦੱਸ ਰਹੇ, ਫਰੀਦਾ ਦਰਿਆਵੈ ਕੰਨੇ ਬਗਲਾ ਬੈਠਾ ਕੇਲ ਕਰੇ। ਬਸ ਆਪਾਂ ਆਏ ਹਾਂ, ਆਪਾਂ ਹੀ ਬਗਲੇ ਹੈਗੇ ਹਾਂ। ਇਹ ਦਰਿਆ ਹੈ, ਸੰਸਾਰ ਸਮੁੰਦਰ, ਇਹ ਜਿਹੜਾ ਹੈਗਾ ਇੱਕ ਜੰਗਲ, ਫਰੂਟ ਹੀ ਫਰੂਟ ਪਏ ਆ, ਭੋਗਾਂ ਦੇ ਫਰੂਟ ਪਏ ਆ, ਭੋਗੀ ਜਾ ਰਹੇ ਭੋਗੀ ਜਾ ਰਹੇ। ਫਰੀਦਾ ਦਰਿਆਵੈ ਕੰਨੇ ਬਗਲਾ ਬੈਠਾ ਕੇਲ ਕਰੇ। ਆਪਾਂ ਕੇਲ ਕਰੀ ਜਾ ਰਹੇ, ਦੇਖ ਲਓ ਕਿਹਨੂੰ ਚੇਤੇ ਹੈ ਮੌਤ। ਕਿਹੜਾ ਹੈਗਾ ਮਾਈਕਾ ਲਾਲ ਜਿਹੜਾ ਹੈਗਾ ਇਹ ਰਸਕਸ ਛੱਡਣਾ ਚਾਹੁੰਦਾ ਹੈ। ਕਿਹੜਾ ਹੈਗਾ ਜਿਹੜਾ ਮਾਲਕ ਵੱਲ ਨੂੰ ਕਹਿੰਦਾ ਹੈ ਵੀ ਮਾਲਕ ਵੱਲ ਨੂੰ ਮੈਂ ਜਾਣਾ ਹੈ, ਉਹਦੇ ਵਾਸਤੇ ਜਿਹੜਾ ਹੈਗਾ ਮਿਹਨਤ ਕਰਨੀ ਹੈ। ਫਰੀਦਾ ਦਰਿਆਵੈ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰਨ ਦੇ ਹੰਝ ਨੂੰ ਅਚਿੰਤੇ ਬਾਜ ਪਏ। ਬਸ ਕੇਲ ਕਰਦੇ ਨੂੰ ਅਚਿੰਤੇ ਹੀ ਜਿਹੜੇ ਹੈਗੇ ਉਹ ਬਾਜ ਪੈ ਜਾਂਦੇ ਆ ਜਾਂਦੇ ਆ ਪਾਏ, ਧਰਮਰਾਜ ਦੇ ਦੂਤ ਲੈ ਜਾਂਦੇ ਚੱਕ ਕੇ। ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਬਸ ਦੀ ਐਂਡ, ਇੱਕ ਸਾਹ ਨਹੀਂ ਵੱਧ ਆਉਂਦਾ, ਸਾਰੀਆਂ ਕੇਲਾਂ ਸਭ ਕੁਛ ਖਤਮ ਹੋ ਜਾਂਦਾ ਉੱਥੇ ਦੇ ਉੱਤੇ, ਜੋ ਕੁਛ ਹੈ ਜਿੱਤੇ ਦੇ ਜਿੱਤੇ ਸਟੈਂਡ ਸਟਿਲ ਹੋ ਜਾਂਦਾ ਹੈ। ਬਸ ਕੇਲ ਕਰਨ ਦੇ ਹੰਝ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਕਹਿੰਦੇ ਉੱਪਰ ਦੇਖੋ, ਸ਼ਬਦ ਦੇ ਉੱਪਰ ਦੇਖੋ ਬਗਲਾ ਲਿਖਿਆ ਹੋਇਆ, ਦਰਿਆਵੇ ਕੰਨੇ ਬਗਲਾ, ਦਰਿਆਵੇ ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ। ਉੱਥੇ ਬਗਲਾ ਲਿਖਿਆ ਹੋਇਆ, ਇੱਥੇ ਹੰਝ ਲਿਖਿਆ ਹੋਇਆ। ਹੰਝ ਕਹਿੰਦੇ ਹੰਸ, ਹਾਂ ਕਹਿੰਦੇ ਹੈ ਤਾਂ ਇਹ ਹੰਸ, ਹੈ ਤਾਂ ਇਹ ਮੇਰਾ ਹੀ ਰੂਪ ਹੈਗਾ, ਪਰ ਇਹ ਬਗਲਾ ਬਣਿਆ ਹੋਇਆ ਆ। ਇਹਦੇ ਐਕਸ਼ਨ, ਇਹਦੇ ਕਰਮ ਉਹ ਬਗਲੇ ਦੇ ਹੈਗੇ। ਕਹਿੰਦੇ ਦੇਖੋ ਗਿਆਨ ਦੀ ਉਚਾਈ, ਫਰੀਦ ਜੀ ਦੀ ਉਚਾਈ ਦੇਖੋ। ਇੱਕ ਲਾਈਨ 'ਚ ਬਗਲਾ ਕਹਿੰਦੇ ਆ, ਦੂਜੇ ਲਾਈਨ 'ਚ ਹੰਸ ਕਹਿੰਦੇ ਆ। ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰਨ ਦੇ ਹੰਝ ਨੂੰ ਅਚਿੰਤੇ ਬਾਜ ਪਏ। ਕਹਿੰਦੇ ਸੀਗਾ ਹੰਸ ਤੇ ਬਗਲੇ ਵਾਂਗੂ ਹੀ ਜੀਵਨ ਗੁਜ਼ਾਰ ਦਿੱਤਾ ਇਹਨੇ। ਕੇਲ ਕਰਨ ਦੇ ਹੰਝ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਬਸ ਮਾਲਕ ਦੀ ਗੇਮ ਹੈਗੀ ਭਾਈ, ਸਮਾਂ ਹੋ ਗਿਆ ਮੈਚ ਦਾ, ਉਹ ਬੈਲ ਵੱਜ ਗਈ।
ਬੈਲ ਵੱਜ ਗਈ। ਉਸ ਤੋਂ ਬਾਅਦ ਦੇਖ ਲਓ ਕੁਛ ਵੀ ਨਹੀਂ ਹੁੰਦਾ। ਜਿੱਥੇ ਵੀ ਭਾਵੇਂ ਜੋ ਉਹਨੇ ਸੀਟੀ ਵਜਾਤੀ, ਗੋਲ ਦੇ ਵਿੱਚ ਗੇਂਦ ਜਾ ਰਹੀ ਹੋਏ ਤਾਂ ਵੀ ਸੀਟੀ ਵੱਜ ਗਈ, ਉਹ ਗੋਲ ਨਹੀਂ ਮੰਨਿਆ ਜਾਊਗਾ। ਬਾਝ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨੇ ਚਿੱਤ ਨਾ ਚੇਤੇ ਸਨੇ, ਸੋ ਗਾਲੀ ਰੱਬ ਕੀਆਂ। ਹਾਂ ਬਈ ਵਾਹ। ਕਹਿੰਦੇ ਪਤਾ ਹੀ ਨਹੀਂ ਸੀਗਾ, ਨਾ ਮਨ ਦੇ ਵਿੱਚ ਸੀ ਨਾ ਚਿੱਤ ਦੇ ਵਿੱਚ ਸੀਗਾ, ਕੁਛ ਵੀ ਨਹੀਂ ਪਤਾ ਸੀਗਾ ਬਈ ਆ ਵੀ ਹੋਣਾ ਹੈ ਮੇਰੇ ਨਾਲ, ਐਵੇਂ ਵੀ ਮੈਨੂੰ ਜਿਹੜਾ ਹੈਗਾ ਇਹਨਾਂ ਨੇ ਚੱਕ ਲੈਣਾ ਹੈ, ਬਸ ਉੱਪਰ ਦੇ ਉੱਪਰ ਕੋਈ ਪਤਾ ਨਹੀਂ ਸੀਗਾ। ਕਹਿੰਦੇ ਆਇਆ ਭਾਈ ਪਰਮਾਤਮਾ ਦੀ ਐਕਸ਼ਨ, ਆਇਆ ਉਹਦੀ ਗੇਮ। ਆਹ ਗੇਮ ਸਮਝੋ, ਆਹ ਗੇਮ ਨੂੰ ਸਮਝੋ ਭਾਈ। ਫਰੀਦਾ ਸਮਝ ਗੇਮ ਨੂੰ। ਫਰੀਦਾ ਦਰਿਆਵੇ ਕੰਨੇ ਬਗਲਾ, ਨਾ ਤੂੰ ਇਸ ਤਰ੍ਹਾਂ ਜਿਹੜਾ ਹੈਗਾ ਬਗਲੇ ਵਾਂਗੂ ਜਿਹੜਾ ਹੈਗਾ ਸਮਾਧੀ ਲਾ ਕੇ ਡੱਡੀਆਂ ਔਰ ਮੱਛੀਆਂ ਫੜਦਾ ਬੈਠ, ਨਾ ਇਹ ਸਵਾਦਾਂ ਦੇ ਵਿੱਚ ਘੁੰਮ। ਫਰੀਦਾ ਦਰਿਆਵੇ ਕੰਨੇ ਬਗਲਾ, ਬੈਠਾ ਕੇਲ ਕਰੇ, ਕੇਲ ਕਰਨ ਦੇ ਹੰਝ ਨੂੰ ਅਚਿੰਤੇ ਬਾਜ ਪਏ। ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨੇ ਚਿੱਤ ਨਾ ਚੇਤੇ ਸਨੇ, ਸੋ ਗਾਲੀ ਰੱਬ ਕੀਆਂ। ਗੋਰਖੀ ਸਾਹਿਬ ਆ ਗਏ ਵੈਸੇ। ਗੋਰਖੀ ਸਾਹਿਬ नेचर साहब, वाहेगुरु जी का खालसा वाहेगुरु जी की फतेह। सॉरी लेट हो गया, आप कंटिन्यू करो, मैं सुनता। ਨਹੀਂ ਬਸ ਅਸੀਂ ਤਾਂ ਇੱਕ ਪਹਿਲਾ ਹੀ ਸ਼ਲੋਕ ਲਿਆ ਸੀਗਾ ਤੇ ਉਹੀ ਬੜਾ ਜ਼ਬਰਦਸਤ ਸ਼ਲੋਕ ਸੀਗਾ। ਦੁਬਾਰਾ ਥੋੜਾ ਜਿਹਾ ਬਰੀਫ ਕਰ ਦਿੰਦਾ ਮੈਂ। ਹਾਂਜੀ ਬੋਲ ਦਿਓ ਸਰ ਪਲੀਜ਼। ਇਹ 1383 ਅੰਗ ਦੇ ਉੱਤੇ ਹੈਗਾ, 99 ਨੰਬਰ ਸ਼ਲੋਕ ਹੈਗਾ। ਫਰੀਦਾ ਦਰਿਆਵੇ ਕੰਨੇ ਬਗਲਾ, ਬੈਠਾ ਕੇਲ ਕਰੇ। ਆਪਾਂ ਜਿਹੜੇ ਦੁਨੀਆ ਦੇ ਵਿੱਚ ਭੇਜਿਆ ਹੈ ਮਾਲਕ ਪਰਮਾਤਮਾ ਨੇ, ਦੋ ਜਿਹੜੇ ਹੈਗੇ ਫੀਲਡ ਹੈਗੇ, ਦੋ ਜਿਹੜੇ ਹੈਗੇ, ਦੋ ਪੈਰ ਆ ਆਪਣੇ, ਇੱਕ ਮਾਇਆ ਵੱਲ ਆ, ਇੱਕ ਭੋਗਾਂ ਵੱਲ ਆ, ਇਹ ਪਦਾਰਥਾਂ ਵੱਲ ਹੈਗਾ, ਸਵਾਦਾਂ ਵੱਲ, ਅਤੇ ਇੱਕ ਜਿਹੜਾ ਹੈਗਾ ਇੱਕ ਰਸਤਾ ਜਿਹੜਾ ਹੈਗਾ ਮਾਲਕ ਵੱਲ ਚੱਲ ਸਕਦਾ। ਦੋਨੋਂ ਪੈਰ ਨਹੀਂ ਚੱਕ ਸਕਦੇ, ਇੱਕ ਪੈਰ ਚੱਕ ਸਕਦੇ ਹਾਂ ਆਪਾਂ। ਅਤੇ ਮਾਲਕ ਕਰਾਉਣਾ ਮਾਲਕ ਨੇ ਹੈ, ਕੰਮ ਸਾਰਾ ਮਾਲਕ ਦਾ ਹੈਗਾ। ਕਹਿੰਦੇ ਤੇਰੇ ਮੈਨੂੰ ਤੇਰੀ ਜਿਹੜੀ ਹੈਗੀ ਇੱਛਾ ਚਾਹੀਦੀ ਆ, ਤੇਰੀ ਤੂੰ ਕੀ ਚਾਹੁੰਦਾ ਹੈ, ਕਿਹੜਾ ਪੈਰ ਚੱਕਣਾ ਚਾਹੁੰਦਾ ਹੈ ਤੂੰ, ਮੈਨੂੰ ਤੇਰਾ ਉਹ ਚਾਹੀਦਾ। ਬਾਕੀ ਅਗਲਾ ਕੰਮ ਤੇਰੇ ਉਹ ਪੂਰਤੀ ਮੈਂ ਕਰਨੀ ਹੈ, ਮੇਰੀ ਜ਼ਿੰਮੇਵਾਰੀ ਹੈਗੀ ਕਿਹੜੇ ਪਾਸੇ ਨੂੰ ਜਾਣਾ ਚਾਹੁੰਦਾ ਹੈ। ਔਰ ਮਾਲਕ ਜਿਹੜਾ ਹੈਗਾ ਪੂਰਾ ਤਰ੍ਹਾਂ ਜਿਹੜਾ ਹੈਗਾ ਇਨਸਾਨ ਨੂੰ ਸੁਤੰਤਰ ਰੱਖਿਆ ਹੋਇਆ ਆਪਾਂ ਨੂੰ। ਆਪਾਂ ਜਿਹੜੇ ਹੈਗੇ ਚੰਗੇ ਤੋਂ ਚੰਗਾ ਕੰਮ ਕਰ ਸਕਦੇ ਹਾਂ ਔਰ ਆਪਾਂ ਮੰਦੇ ਤੋਂ ਮੰਦਾ ਕੰਮ ਕਰ ਸਕਦੇ ਹਾਂ। ਕੋਈ ਕਿਸੇ ਨੂੰ ਕੋਈ ਵੀ ਕ੍ਰਾਈਮ ਆਪਾਂ ਕਰ ਸਕਦੇ ਹਾਂ, ਕਿਸੇ ਨੂੰ ਮਾਰ ਸਕਦੇ ਹਾਂ, ਕਿਸੇ ਦਾ ਲੁੱਟ ਸਕਦੇ ਹਾਂ, ਕਿਸੇ ਨੂੰ ਖੋਹ ਸਕਦੇ ਹਾਂ, ਕੁਛ ਵੀ ਕਰ ਸਕਦੇ ਹਾਂ। ਔਰ ਉਹਦਾ ਜਿਹੜਾ ਹੈਗਾ ਫਲ ਜਿਹੜਾ ਹੈਗਾ ਮਾਲਕ ਕਹਿੰਦਾ ਹੈ ਤੈਨੂੰ ਭੋਗਣਾ ਪਊਗਾ, ਕਿਉਂਕਿ ਤੂੰ ਆਪਣੀ ਮਰਜ਼ੀ ਨਾਲ ਕੀਤਾ ਹੈ। ਔਰ ਜੇ ਮਾਲਕ ਨਾ ਚਾਹੇ ਤਾਂ ਉਹ ਜਿਹੜਾ ਅਗਲੇ ਨੂੰ ਬਚਾ ਵੀ ਸਕਦਾ ਹੈ। ਇਹ ਉਹ ਮਾਲਕ ਜਿਹੜਾ ਹੈਗਾ ਉਹ ਮਾਲਕ ਦਾ ਆਪਣੇ ਵੱਲੋਂ ਆਪਾਂ ਨੇ ਜਿਹੜਾ ਹੈਗਾ ਆਪਾਂ ਕੁਛ ਵੀ ਕਰ ਸਕਦੇ ਹਾਂ। ਔਰ ਉਹਦਾ ਜਿਹੜਾ ਹੈਗਾ ਫਲ ਜਿਹੜਾ ਹੈਗਾ ਫਿਰ ਜੇਲ੍ਹ ਦੇ ਵਿੱਚ ਜਾਣਾ, ਸਜ਼ਾ, ਫਿਰ ਜਿਹੜਾ ਉਸ ਤੋਂ ਬਾਅਦ ਜਿਹੜਾ ਹੈਗਾ ਧਰਮਰਾਜ ਦੀ ਕਚਹਿਰੀ ਜੇ ਤੋਂ ਵੱਜ ਜੇ ਤੇ ਉੱਪਰ, ਉਸ ਤੋਂ ਬਾਅਦ ਜੂਨਾ, ਇਹ ਸਾਰਾ ਹੈਗਾ ਭਾਈ। ਔਰ ਦੂਸਰਾ ਰਸਤਾ ਹੈਗਾ ਇਹ ਨਿਕਲਣ ਦਾ। ਇਹਦੇ ਵਿੱਚ ਜਿਹੜਾ ਹੈਗਾ ਸੰਕੋਚ ਕੇ ਓਨਾ ਹੀ ਲਓ ਜਿੰਨੀ ਡਿਮਾਂਡ ਆ, ਔਰ ਭਗਤੀ ਨੂੰ ਜਿਹੜਾ ਹੈਗਾ ਆਪਣੇ ਜੀਵਨ ਦੇ ਵਿੱਚ ਲੈ ਕੇ ਆਓ। ਕੇਲ ਕਰਨ ਦੇ ਹੰਝ ਨੂੰ ਅਚਿੰਤੇ ਬਾਜ ਪਏ। ਉੱਪਰ ਦੇਖੋ ਬਗਲਾ ਕਹਿ ਰਹੇ ਆ, ਬਗਲਾ ਫਰੀਦਾ ਦਰਿਆਵੇ ਕੰਨੇ ਬਗਲਾ, ਬੈਠਾ ਕੇਲ ਕਰੇ। ਇੱਥੇ ਹੰਝ ਕਹਿ ਰਹੇ ਆ, ਹੰਸ। ਕਹਿੰਦੇ ਹੈ ਤਾਂ ਹੰਸ ਸੀਗਾ, ਇਹ ਮੇਰਾ ਹੀ ਅੰਸ਼ ਹੈਗਾ, ਪਰ ਇਹ ਬਗਲਾ ਬਣਿਆ ਹੋਇਆ ਆ। ਸਾਰੀ ਉਮਰ ਹੀ ਬਗਲਾ ਰਿਹਾ, ਕਦੀ ਵੀ ਇਹਨੂੰ ਚੇਤਾ ਨਹੀਂ ਆਇਆ ਵੀ ਮੈਂ ਹੰਸ ਹੈਗਾ, ਮੈਂ ਹੰਸ ਵਾਲੇ ਕੰਮ ਵੀ ਕਰ ਲਵਾਂ, ਮੈਂ ਭਗਤੀ ਵੀ ਕਰ ਲਵਾਂ, ਮੈਂ ਮੋਤੀ ਵੀ ਚੁਗ ਲਵਾਂ। ਫਰੀਦਾ ਦਰਿਆਵੇ ਕੰਨੇ ਬਗਲਾ, ਬੈਠਾ ਕੇਲ ਕਰੇ। ਕੇਲ ਕਰਨ ਦੇ ਹੰਝ ਨੂੰ ਅਚਿੰਤੇ ਬਾਜ ਪਏ। ਕਹਿੰਦੇ ਅਚਿੰਤੀ ਆ ਕੇ ਬਾਜ ਪੈ ਗਏ ਭਾਈ, ਉਹ ਆ ਗਏ ਧਰਮਰਾਜ ਦੇ ਦੂਤ। ਚੱਲ ਭਾਈ ਚਲੋ ਸਿਤਾਬ ਦੀਵਾਨੇ ਬੁਲਾਇਆ, ਅਮਲ ਸਿਰਾਨੋ ਲੇਖਾ ਦੇਣਾ, ਆਏ कठिन दूत जम लेना, क्या तय खटिया कहाँ गवाया, चलो सिताब दीवाने बुलाया। बस आ गया फुरमान। बाज पए तिस रब दे केलां विसरियां। ਕਹਿੰਦੇ ਰੱਬ ਦੀ ਹੈ, ਰੱਬ ਦੀ ਗੇਮ ਹੈਗੀ ਭਾਈ। ਇਹ ਤਾਂ ਗੇਮ ਹੈ ਜਿੱਥੇ ਸੰਸਾਰ ਦੇ ਵਿੱਚ ਇਹ ਖੇਡ ਖੇਡਣ ਵਾਸਤੇ ਆਏ ਆ। ਹੁਣ ਗੇਮ ਦੀ ਸੀਟੀ ਵੱਜ ਗਈ, ਆਖਰੀ ਜਿਹੜੀ ਹੈਗੀ ਵਿਸਲ ਹੋ ਗਈ ਆ, ਚੱਲ ਤੁਰ ਪਾ, ਹੁਣ ਤੇਰੀ ਗੇਮ ਖਤਮ ਹੋ ਗਈ ਆ। ਹੁਣ
ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਸਾਰਾ ਕੁਛ 1 to all ਉੱਥੇ ਉਹ ਐਜ਼ ਇਟ ਇਜ਼ ਛੱਡ ਕੇ ਤੁਰ ਪੈਂਦਾ ਹੈ ਭਾਈ। ਜੋ ਮਨੇ ਚਿੱਤੇ ਨਾ ਚੇਤੇ ਸਨ, ਸੋ ਗਾਲੀ ਰੱਬ ਕੀਆਂ। ਇਹ ਤਾਂ ਮੇਰੇ ਚਿੱਤ ਦੇ ਵਿੱਚ ਵੀ ਨਹੀਂ ਸੀਗਾ, ਮੇਰੇ ਮਨ 'ਚ ਵੀ ਨਹੀਂ ਸੀਗਾ ਵੀ ਐਵੇਂ ਹੋਣਾ ਹੈ ਮੇਰੇ ਨਾਲ। ਇੱਕਦਮ ਜਿਹੜਾ ਹੈਗਾ ਮੇਰਾ ਜਿਹੜਾ ਹੈਗਾ ਸਾਰਾ ਕੁਛ ਖੋਹ ਲਿਆ ਜਾਣਾ ਮੇਰੇ ਕੋਲੋਂ। ਆਹ ਆ ਭਾਈ ਰੱਬ ਦੀਆਂ ਗੱਲਾਂ, ਆਹ ਆ ਭਾਈ ਰੱਬ ਦੀ ਗੇਮ। ਹਾਂਜੀ ਗੋਰਗੀ ਸਾਹਿਬ। ਹਾਂਜੀ ਠੀਕ ਹੈ ਜੀ। ਉੱਪਰਲੇ ਤੋਂ ਕੁਝ ਦੇਖ ਲਓ, ਕਹਿੰਦੇ ਅਫਰੀਦਾ ਦਰਿਆ ਵੇ ਕੰਢੇ ਬਗੁਲਾ ਬੈਠਾ ਖੇਲ ਕਰੇ। ਉਹ ਕਹਿੰਦੇ ਦਰਿਆ ਦੇ ਕੰਢੇ ਤੇ ਜਿੱਦਾਂ ਬੰਗਲੇ ਖੇਲ ਕਰਦੇ ਆ। ਖੇਲ ਤੇ ਆਪਾਂ ਵੀ ਬਥੇਰਾ ਕਰਦੇ ਆ, ਕਿਉਂਕਿ ਆਪਾਂ ਵੀ ਬੰਗਲੇ ਹੀ ਆ। ਆਪਾਂ ਨੂੰ ਕੀ ਆ, ਬਸ ਗੱਲ ਤਾਂ ਆਪਣੇ ਤੇ ਹੀ ਆ। ਇਹ ਆਪਾਂ ਵੀ ਖੇਲ ਹੀ ਕਰਦੇ। ਮੇਰੇ ਸਵੇਰ ਤੋਂ ਸ਼ਾਮ ਤੱਕ ਖੇਲ ਕਰਦਾ। ਉਹ ਖੇਲ ਤੇ ਕਰਦਾ ਹੈ, ਪਰ ਉਹ ਕਹਿੰਦੇ ਆ ਕਿ ਤੂੰ ਗਲਤ ਖੇਲ ਨਾ ਕਰ, ਕਿਉਂਕਿ ਬਾਜ ਦਾ ਪਤਾ ਨਹੀਂ ਕਦੋਂ ਆ ਜਾਣਾ। ਬਾਜ ਬੜਾ ਪਾਵਰਫੁਲ ਹੁੰਦਾ ਹੈ, ਔਰ ਉਹਨੂੰ ਬਾਜ ਦਾ ਮਤਲਬ ਇੱਥੇ ਮੌਤ ਹੈ। ਬਿਲਕੁਲ ਮੌਤ ਹੈ ਜੀ। ਠੀਕ ਹੈ ਜੀ। ਬਾਜ ਵੀ ਵੈਸੇ ਪ੍ਰਤੀਕ ਹੈਗਾ ਮੌਤ ਦਾ। ਉਹ ਫੜ ਕੇ ਉਦਾਂ ਹੀ ਖਾਕ ਹੋ ਜਾਂਦਾ ਛੋਟੇ ਮੋਟੇ ਪਰਿੰਦਿਆਂ ਨੂੰ। ਹਾਂਜੀ ਹਾਂਜੀ। ਸੋ ਇਹ ਕਹਿੰਦੇ ਆ ਕਿ ਇੱਥੇ ਤੁਸੀਂ ਜ਼ਿਆਦਾ ਖੇਲ ਨਾ ਖੇਲੋ, ਕਿਉਂਕਿ ਜਿਹੜਾ ਖੇਲ ਹੈ ਇਹ ਨਾ ਹੋਵੇ ਕਿ ਤੁਹਾਡੇ ਖੇਲ ਤੋਂ ਪਹਿਲਾਂ ਉਹ ਜਿਹੜਾ ਅਸਲੀ ਤੁਹਾਡਾ ਖੇਲ ਖੇਲਿਆ ਜਾਵੇ, ਤੇ ਜਿਹਦੇ ਕਰਕੇ ਫਿਰ ਤੁਹਾਨੂੰ ਮੁਸ਼ਕਲ ਹੋ ਜਾਏਗੀ। ਕਿਉਂ ਮੁਸ਼ਕਲ ਹੋ ਜਾਏਗੀ, ਅੱਗੇ ਸਮਝਾ ਰਹੇ ਨੇ। ਹਾਂਜੀ ਨਜਰ ਸਾਹਿਬ ਕਹਿੰਦੇ ਖੇਲ ਕਰਨ ਦੇ ਹੰਝ ਨੂੰ ਅਚਿੰਤੇ ਬਾਜ ਪਏ। ਕਹਿੰਦੇ ਤੂੰ ਹੈ ਤਾਂ ਹੰਸ ਸੀਗਾ, ਤੂੰ ਤਾਂ ਜਿਹੜਾ ਹੈਗਾ ਅਚਿੰਤ, ਬਿਲਕੁਲ ਚਿੰਤਾ ਹੀ ਨਹੀਂ ਸੀ ਤੈਨੂੰ ਵੀ ਤੂੰ ਜਿਹੜਾ ਹੈਗਾ, ਤੈਨੂੰ ਕਿਹੜੇ ਕੰਮ ਭੇਜਿਆ ਉਹਦੀ ਕੋਈ ਫਿਕਰ ਹੀ ਨਹੀਂ ਸੀਗੀ। ਤੇ ਹਾਂਜੀ ਮੇਨ ਕੰਮ ਨਹੀਂ ਕੀਤਾ ਤੇ ਬਸ ਇੱਧਰ ਉੱਧਰ ਆਪਣਾ ਖੇਲ 'ਚ ਹੀ ਸਮਾਂ ਬਰਬਾਦ ਕਰ ਲਿਆ। ਵੈਸੇ ਵੀ ਕੋਟਨ ਮੇਂ ਏਕ ਬਾਣੀ ਸੱਚੀ ਕਹਿ ਰਹੀ ਹੈ ਜੀ। ਬਿਲਕੁਲ ਬਹੁਤ ਮੁਸ਼ਕਿਲ ਹੈ ਜੀ, ਬਹੁਤ ਹੀ ਮੁਸ਼ਕਿਲ। ਮੈਂ ਫੇਰ ਬੋਲ ਦਿੰਦਾ, ਬਹੁਤ 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 ਮੁਸ਼ਕਿਲ। ਜੇ ਕੋਈ ਰੱਬ ਦੀ ਭਗਤੀ ਕਰੇ, ਆਪ ਕਿਸੇ ਨੂੰ ਪੁੱਛੋ ਕਿ ਰੱਬ ਦੀ ਭਗਤੀ ਕਰਨੀ ਆ, ਉਹ ਕਹਿੰਦਾ ਕਿਹੜੇ ਰੱਬ ਦੀ ਭਗਤੀ ਕਰਨੀ। ਇੱਥੇ ਮੂਰਤੀ ਦੀ ਗੱਲ ਕਰੋ, ਕਿਸੇ ਮੰਦਿਰ ਨੂੰ ਮੱਥਾ ਟੇਕਣ ਦੀ ਗੱਲ ਕਰੋ, ਕੋਈ ਕਥਾ ਸੁਣਨ ਦੀ ਗੱਲ ਕਰੋ। ਉਹ ਕਹਿੰਦੇ ਕਥਾ ਸੁਣ ਕੇ ਜੀਵਨ ਉੱਚਾ ਚੁੱਕਾ ਕਰਨਾ ਹੈ, ਜੀਵਨ ਉੱਪਰ ਖੜਨਾ ਹੈ। ਕਹਿੰਦਾ ਕਿੱਥੇ ਲਿਖਿਆ ਹੈ? ਕੇਵਲ ਸੁਣਨ ਦੀ ਗੱਲ ਹੋਈ ਹੈ। ਸੁਣੋ ਤੇ ਸੁਣ ਕੇ ਤੇ ਘਰ ਨੂੰ ਜਾਓ। ਕਹਿੰਦੇ ਕਿਹੜਾ ਪਾਠ? ਕਹਿੰਦੇ ਪਾਠ ਬੋਲੋ। ਕਿੰਨੇ ਪਾਠ ਕਰਨੇ ਜੀ? ਜਪਜੀ ਸਾਹਿਬ ਦੇ 5 ਕਰਨੇ, 7 ਕਰਨੇ, ਅਸੀਂ ਕਰਦੇ ਹਾਂ। ਪਰ ਉਹ ਕਹਿੰਦੇ ਕਿ ਬਾਣੀ ਪੜ੍ਹਨੀ ਹੈ, ਇਹਨੂੰ ਵਿਚਾਰ ਕਰਨਾ। ਕਹਿੰਦੇ ਏਦਾਂ ਕਿਸੇ ਲਿਖਿਆ ਲੁਖਿਆ ਨਹੀਂ ਹੈ। 7100 ਪਾਠ ਐਟ ਏ ਟਾਈਮ ਇਨ ਪੈਰਲਲ ਲਾਈਨ ਦੇ ਵਿੱਚ ਕਰੀ ਜਾ ਰਹੇ। ਔਰ ਮੈਂ ਆਪ ਜੀ ਨੂੰ ਐਸੇ ਬੰਦੇ ਮਿਲਾ ਦੂੰ, ਸਾਰਾ ਦਿਨ ਹੱਥ 'ਚ ਮਾਲਾ ਘੁਮਾਈ ਜਾਂਦੇ ਆ। ਉਹ ਮਕੈਨੀਕਲ ਨਾਮ ਜਾਪ ਹੋ ਰਿਹਾ। ਮਕੈਨੀਕਲ ਹੈ, ਤੁਹਾਡੀ ਇੰਦਰੀਆਂ ਨੇ। ਜਿੱਦਾਂ ਲੋਕੀ ਪੈਰ ਨਹੀਂ ਲਾਈ ਜਾਂਦੇ, ਆਪਣੇ ਬੈਠੇ ਖਲੋਤੇ ਪੈਰ ਲਾਈ ਜਾਂਦੇ ਆ। ਬਿਲਕੁਲ ਉਹੀ ਸਿਸਟਮ ਹੈ। ਇੰਦਰੀ ਨੂੰ ਤੁਸੀਂ ਟ੍ਰੇਨ ਕਰ ਲਿਆ, ਛੋਟਾ ਜਿਹਾ ਪੁਰਜਾ ਬਣ ਗਿਆ ਤੁਹਾਡੇ ਮਸਤਕ ਦੇ ਅੰਦਰ। ਉਹੀ ਰਿਪੀਟ ਕਰੀ ਜਾ ਰਿਹਾ। ਔਰ ਮਨ ਕਿੱਥੇ ਆ? ਮਨ ਤੇ ਉੱਥੇ ਖੇਲ ਕਰ ਰਿਹਾ ਤੁਹਾਡਾ, ਬੰਗਲੇ ਵਾਂਗੂ। ਬਿਲਕੁਲ ਮੱਛੀਆਂ, ਖੇਲ ਦਾ ਮਤਲਬ ਇੱਥੇ ਮੱਛੀਆਂ ਫੜਦਾ ਫਿਰਦਾ ਵਾ। ਮੱਛੀ ਨਿਕਲ ਜਾਂਦੀ ਹੈ, ਫਿਰ ਦੂਜੀ ਫੜਦਾ ਵਾ, ਫਿਰ ਖਾ ਲੈਂਦਾ ਵਾ। ਏਦਾਂ ਕਰਕੇ ਮੱਛੀਆਂ ਖਾਈ ਜਾਂਦਾ ਹੈ। ਖੇਲ ਦਾ ਮਤਲਬ ਇਹੋ ਹੀ ਆ। ਬਿਲਕੁਲ ਇਹੀ ਆ। ਔਰ ਗਲਤ ਕਰਮ, ਇੱਥੇ ਮੱਛੀਆਂ ਤੋਂ ਭਾਵ ਹੈ ਗਲਤ ਕਰਮ, ਜਿਹੜੇ ਪ੍ਰਕਿਰਤੀ ਦੇ ਉਲਟ ਨੇ, ਜਿਹੜੇ ਮਰਿਆਦਾ ਨੂੰ ਤੋੜ ਦਿੰਦੇ ਨੇ। ਜਿਹੜਾ ਕੁਝ ਏਦਾਂ ਦਾ ਕੰਮ ਕਿ ਜਿਹੜਾ ਮਤਲਬ ਸਹੀ ਨਹੀਂ ਆ, ਧਰਮ ਦੇ ਤਰਾਜੂ 'ਚ ਉਹ ਗਲਤ ਆ, ਉਹਨੂੰ ਕਰਨਾ, ਮੱਛੀਆਂ ਖਾਣਾ, ਬੰਗਲੇ ਵਾਂਗੂ ਖੇਲ ਕਰਨੇ। ਔਰ ਆਪਾਂ ਏਦਾਂ ਹੀ ਕਰਕੇ ਆਪਣਾ ਜੀਵਨ ਬਰਬਾਦ ਕਰ ਲੈਂਦੇ ਆ। ਫਿਰ ਉਹ ਕਹਿੰਦੇ ਜਦੋਂ ਬਾਜ ਆਉਂਦਾ, ਬਾਜ ਕਹਿੰਦਾ ਬਈ ਹੁਣ ਤੈਨੂੰ ਜਾਣਾ ਪੈਣਾ, ਕਿਉਂਕਿ ਬਾਜ ਦੇ ਗਾੜੀ ਜ਼ੋਰ ਨਹੀਂ ਹੈ। ਤੁਹਾਨੂੰ ਪਤਾ ਬਾਜ ਦੇ ਪੰਜੇ 'ਚ ਜਦੋਂ ਕੋਈ ਚੀਜ਼ ਫਸ ਜਾਂਦੀ ਹੈ ਨਾ, ਬਾਜ ਬਹੁਤ ਪਾਵਰਫੁਲ ਹੈ, ਬਹੁਤ ਔਖਾ ਹੈ। ਮੈਂ ਵੇਖਿਆ ਨਿੱਕਾ ਜਿਹਾ ਤੇ ਉਹ ਹਿਰਨ ਚੁੱਕ ਲੈਂਦਾ, ਏਡਾ ਵੱਡਾ ਬਾਜ ਪਾਵਰਫੁਲ ਹੈ। ਇਸੇ ਹੀ ਤਰ੍ਹਾਂ ਮੌਤ ਜਦੋਂ ਆਉਂਦੀ ਹੈ ਨਾ, ਉਹ ਇਨਸਾਨ ਕੋਲ ਸਭ ਕੁਝ ਖੋਹ ਕੇ ਲੈ ਜਾਂਦੀ ਹੈ। ਉਹ ਫਿਰ ਇਨਸਾਨ ਵਿੰਦਾ ਹੀ ਹੈ ਤੇ ਮੈਂ ਖੇਲਾਂ 'ਚ ਹੀ ਲੱਗਿਆ ਸਾਂ, ਉਧਰ ਤੇ ਕੰਮ ਕੀਤਾ ਹੀ ਨਹੀਂ ਜਿੱਥੇ ਜਾਣਾ ਸੀ। ਦੇਖੋ ਪਹਿਲਾਂ ਵੀ ਵਿਚਾਰ ਚੱਲੀ ਸੀ ਕਿ ਜਦੋਂ ਆਪਾਂ ਇੱਕ ਸਫ਼ਰ ਤੇ ਜਾਣਾ ਹੋਵੇ ਨਾ, ਤੇ ਥੋੜਾ ਬਹੁਤਾ ਤਿਆਰੀ ਕਰ ਲਓ ਯਾਰ, ਥੋੜੀ ਬਹੁਤੀ, ਜ਼ਿਆਦਾ ਨਹੀਂ। ਕਮ ਸੇ ਕਮ ਐਂਡ ਮੂਵਮੈਂਟ ਤੇ ਭਾਜੀ ਤੁਸੀਂ ਕਿੱਦਾਂ ਪੈਕਿੰਗ ਕਰੋਗੇ ਦੱਸੋ ਮੈਨੂੰ? ਕਰ ਲੋਗੇ? ਨਹੀਂ ਭਾਜੀ, ਜੇ ਤੁਸੀਂ 2-4 ਮਹੀਨੇ ਕਿਤੇ ਜਾਣਾ ਹੋਵੇ ਨਾ, ਚਲੋ ਮੈਂ ਇਹ ਗੱਲ ਕਰਦਾ, ਆਪਾਂ ਛੋਟੀ ਗੱਲ ਕਰਦੇ, ਮੈਂ ਕਿਤੇ 10 ਦਿਨ ਜਾਣਾ ਹੈ ਨਾ ਭਾਜੀ, ਉਹਦੀ ਪੈਕਿੰਗ ਕਰਨ ਦੇ ਲਈ ਮੈਨੂੰ ਘੱਟੋ ਘੱਟ ਅੱਧਾ ਦਿਨ ਲੱਗ ਜਾਣਾ ਵਾ। ਤੇ ਉਹ ਕਹਿੰਦੇ 84 ਦੇ ਗੇੜ 'ਚ ਤੂੰ ਜਾਣਾ ਵਾ, ਥੋੜਾ ਬਹੁਤਾ ਤੇ ਕਮ ਸੇ ਕਮ ਪ੍ਰਿਪਰੇਸ਼ਨ ਰੈਡੀ ਕਰ ਲਾ ਆਪਣੇ ਆਪ ਨੂੰ, ਕਿਉਂਕਿ ਤੇਰੇ ਕੋਲ ਟਾਈਮ ਬਹੁਤ ਘੱਟ ਆ।
ਇਹ ਸੰਸਾਰ ਜਿਹੜਾ ਨਾ ਏਦਾਂ ਚੱਲੀ ਚੁੱਲੀ ਜਾਣਾ। ਇੱਥੇ ਪਤਾ ਹੀ ਨਹੀਂ ਕਿੰਨੀ ਦੁਨੀਆ ਆਈ ਤੇ ਕਿੰਨੀ ਤੁਰ ਗਈ। ਇਹ ਧਰਤੀ ਨੂੰ ਪਤਾ, ਬਹੁਤ ਲੋਕ ਆਏ ਨੇ, ਬਹੁਤ ਲੋਕ ਚੱਲ ਗਏ ਨੇ। ਇਹ ਸਾਇੰਸ ਹੀ ਕਹੀ ਜਾਂਦੀ ਹੈ 4-5 ਹਜ਼ਾਰ ਜਾਂ 10,000 20,000 ਕਿੰਨਾ ਕੁ ਪੁਰਾਣੀ ਹੈ ਧਰਤੀ। ਇਹ ਸਭ ਗੱਪਾਂ ਨੇ। ਅਸਲੀ ਧਰਤੀ ਦੀ ਉਮਰ ਕੋਈ ਦੱਸ ਹੀ ਨਹੀਂ ਸਕਦਾ ਕਿੰਨੀ ਪੁਰਾਣੀ ਹੈ। ਔਰ ਜੀਵ ਕਿਦੋਂ ਦਾ ਇੱਥੇ ਤੁਰਿਆ ਫਿਰਦਾ ਹੈ ਇਹਦੇ ਬਾਰੇ ਵੀ ਕੁਝ ਨਹੀਂ ਜੇ ਪਤਾ। ਬਹੁਤ ਪੁਰਾਣੇ ਆਪਾਂ, ਪਤਾ ਨਹੀਂ ਕਦੋਂ ਕਿਤੇ ਤੁਰੇ ਫਿਰਦੇ ਆ। ਹਾਂਜੀ ਨਿੱਜਰ ਸਾਹਿਬ ਅੱਗੇ ਚੱਲੀਏ। ਹਾਂ, 3.5 ਮਣ ਦੇਹੁਰੀ ਚੱਲੇ ਪਾਣੀ ਅੰਨ। ਕਹਿੰਦੇ ਵੱਧ ਤੋਂ ਵੱਧ ਜਿਹੜਾ ਹੈਗਾ ਸਰੀਰ ਤੇਰਾ ਭਾਰ ਕਿੰਨਾ ਕਹੂਗਾ? 3.5 ਮਣ। ਉਹ ਪਹਿਲਾਂ ਸੇਰ ਚੱਲਦੇ ਸੀ, 40 ਸੇਰ ਦਾ 1 ਮਣ ਹੁੰਦਾ ਸੀ। ਕਹਿੰਦੇ 3.5 ਮਣ ਦੇਹੁਰੀ ਚੱਲੇ ਪਾਣੀ ਅੰਨ। ਆਇਓ ਬੰਦਾ ਦੁਨੀ ਵਿੱਚ ਵੱਤ ਆਸੂਣੀ ਬੰਨ। ਕਹਿੰਦੇ ਪਾਣੀ ਅੰਨ ਦੇ ਨਾਲ ਇਹ ਸਰੀਰ ਇਹਨੂੰ ਮਿਲਿਆ ਹੋਇਆ ਆ। ਔਰ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ, ਵੱਤ ਦਾ ਮਤਲਬ ਹੁੰਦਾ ਹੈ ਬਈ ਵੱਤ ਅਸੂਣੀ ਨਾ ਥੀਏ। ਉਹਦੇ 'ਚ ਆਉਂਦਾ ਹੈ ਬਈ ਜਿਹੜਾ ਹੈਗਾ ਵੱਤ ਕੁਆਰੀ ਨਾ ਥੀਏ। ਫਰੀਜੀ ਦੇ ਸ਼ਲੋਕ 'ਚ ਆਉਂਦਾ ਹੈ ਬਈ ਮੁੜ ਕੇ ਕੁਆਰਾਪਨ ਨਹੀਂ ਮਿਲਦਾ ਮੈਨੂੰ। ਵਿਆਹੀ ਤੇ ਮਾਮਲੇ ਤੇ ਜਦ ਕੁਆਰੀ ਸੀਗੇ ਤੇ ਚਾਅ ਸੀਗਾ, ਤੇ ਵਿਆਹ ਹੋ ਗਿਆ ਤੇ ਮਾਮਲੇ ਹੋ ਗਏ। ਹੁਣ ਮੇਰੇ ਮਨ 'ਚ ਇਹੀ ਹੈ ਵੀ ਵੱਤ ਕੁਆਰੀ ਹੋ ਜਾਏ। ਮੈਂ ਜਿਹੜੀ ਹੈਗੀ ਮਾਇਆ ਦੇ ਵਿੱਚ ਜਿਹੜੀ ਹੈਗੀ ਆ, ਇਹ ਮਾਇਆ ਨੂੰ ਆਪਣਾ ਪਤੀ ਮੰਨ ਕੇ ਜਿਹੜਾ ਹੈਗਾ ਇਹਦੇ ਵਿੱਚ ਹੀ ਆਪਣੀ ਸਾਰਾ ਜੀਵਨ ਗੁਜ਼ਾਰ ਲਿਆ। ਮੈਨੂੰ ਦੁਬਾਰਾ ਚਾਂਸ ਮਿਲ ਜਾਏ ਕਿਤੇ ਕੁਆਰੀ ਹੋ ਜਾ, ਮੈਂ ਰੱਬ ਦੀ ਭਗਤੀ ਕਰ ਲਾਂ। ਕਹਿੰਦੇ ਉਹ ਨਹੀਂ ਹੋ ਸਕਦਾ। ਉਹੀ ਸੇਮ ਚੀਜ਼ ਕਹਿੰਦੇ ਆ ਕਿ ਦੁਨੀਆ ਦੇ ਵਿੱਚ ਇਨਸਾਨ ਮੁੜ ਕੇ ਆਉਂਦਾ ਆ ਔਰ ਉਹੀ ਆਸਾਂ ਲੈ ਕੇ ਆਉਂਦਾ ਹੈ। ਉਹੀ ਆਸਾਂ ਆਸੂਣੀ ਦਾ ਮਤਲਬ ਹੁੰਦਾ ਆਸੂਣੀ ਬਈ ਬਿਲਕੁਲ ਜਿਹੜੀ ਹੈਗੀ ਛੋਟੇ ਦਰਜੇ ਦੀ ਜਿਹੜੀ ਹੈਗੀ, ਛੋਟੇ ਦਰਜੇ ਦੀ ਡਿਮਾਂਡ, ਬਿਲਕੁਲ ਛੋਟੇ ਦੀ ਮਾਇਆ ਦੀ ਜਿਹੜੀ ਹੈਗੀ, ਦੁਨੀਆ ਦੇ ਪਦਾਰਥਾਂ ਦੀ, ਸਵਾਦ ਦੀ, ਆਹ ਡਿਮਾਂਡ ਇਹ ਲੈ ਕੇ ਆਉਂਦਾ ਇਨਸਾਨ। ਇਹ ਸਰੀਰ ਇੰਨਾ ਮਿਲਿਆ ਮਾਲਕ ਪਰਮਾਤਮਾ ਨੂੰ, ਇੰਨਾ ਮਾਲਕ ਦਾ ਜਿਹੜਾ ਹੈਗਾ ਪਾਣੀ ਅੰਨ ਸਾਰਾ ਆਪਾਂ ਯੂਜ਼ ਕਰਦੇ ਹਾਂ। ਔਰ ਆ ਕੇ ਜਿਹੜਾ ਹੈਗਾ ਆਪਣੀ ਡਿਮਾਂਡ ਆਪਣੀ ਆਪਾਂ ਚਾਹੁੰਦੇ ਕੀ ਆ? ਸਿਰਫ ਕੱਚ ਚਾਹੁੰਦੇ ਆ ਬਸ। ਹੀਰਾ ਜੈਸਾ ਜਨਮ ਹੈ ਕੌਡੀ ਦੇ ਬਦਲੇ ਜਿਹੜਾ ਹੈਗਾ ਆਹ ਹੀਰੇ ਵਰਗੀ ਦਿਓਰੀ ਜਿਹੜੀ ਹੈਗੀ ਆ 3.5 ਮਣ ਦਿਓਰੀ ਚੱਲੇ ਪਾਣੀ ਅੰਨ। ਆਇਓ ਬੰਦਾ ਦੁਨੀ ਵਿੱਚ ਵੱਤ ਆਸੂਣੀ ਬੰਨ। ਬਸ ਇਸੇ ਵਾਸਤੇ ਦੁਨੀਆ ਦੇ ਵਿੱਚ ਆ ਕੇ ਮਨੁੱਖਾ ਜੂਨ ਦਾਅ 'ਤੇ ਲਾ ਕੇ ਜੂਏ 'ਚ ਹਾਰ ਜਾਂਦਾ। ਮਲਕਤ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ। ਔਰ ਮਲਕਤ ਜਿਹੜਾ ਹੈਗਾ ਉਹ ਮਲਕ ਜੋ ਸੁਣੀਂਦਾ ਮੂੰਹ ਦਿਖਾ ਲੈ ਆਏ। ਉਹ ਮੌਤ ਦਾ ਜਿਹੜਾ ਫਰਿਸ਼ਤੇ ਉਹ ਜਿਹੜੇ ਆ ਜਾਂਦੇ ਆ, ਮਲਕ ਦੇ ਨਹੀਂ ਆ ਜਾਂਦੇ। ਪਤਾ ਵੀ ਨਹੀਂ ਲੱਗਦਾ ਕਦੋਂ ਆ ਗਏ ਭਾਈ, ਮਲਕ ਦੇ ਨਹੀਂ ਆ ਜਾਂਦੇ। ਉਹ ਮਲਕ ਦੇ ਨਹੀਂ ਆ ਜਾਂਦਾ। ਮਲਕਤ ਮੌਤ ਦਾ ਫਰਿਸ਼ਤਾ ਜਾਂ ਆਪਸੀ ਜਦੋਂ ਆਊਗਾ ਸਭ ਦਰਵਾਜ਼ੇ ਭੰਨ। ਤੇਰੇ ਸਾਰੇ ਦਰਵਾਜ਼ੇ ਭੰਨ ਦੂਗਾ ਭਾਈ। ਇਹ 9 ਦਰਵਾਜ਼ੇ ਜਿੱਥੋਂ ਤੂੰ ਬੜੇ ਭੋਗ ਕਰ ਰਿਹਾ, ਲੱਗਿਆ ਭੋਗਾਂ ਦੇ ਵਿੱਚ, ਸਾਰੇ ਠਾ ਕਰਕੇ ਸਾਰੇ ਦਰਵਾਜ਼ੇ ਬੰਦ। ਚੱਲ ਭਾਈ ਉੱਠ। ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਤਿੰਨਾਂ ਪਿਆਰਿਆਂ ਭਾਈਆਂ ਔਰ ਜਿਹੜੇ ਹੈਗੇ ਜਿਹੜੇ ਸਾਕ ਸੰਬੰਧੀ ਹੁੰਦੇ ਆ, ਪਿਆਰੇ ਭਰਾ ਭੈਣ ਜੋ ਵੀ ਹੁੰਦੇ ਆ ਰਿਸ਼ਤੇਦਾਰ, ਬਸ ਉਹ ਤਾਂ ਤਿਆਰ ਬੈਠੇ ਹੁੰਦੇ ਆ ਬਈ, ਬਸ ਬੰਨੋ ਇਹਨੂੰ ਤੇ ਚਲੋ, ਲੈ ਕੇ ਚੱਲੋ। ਪਹਿਲਾਂ ਹੀ ਬੰਨ੍ਹ ਦਿੰਦੇ ਆ ਭਾਈ। ਉਹਦੇ ਉੱਤੇ ਜਿਹੜਾ ਹੈਗਾ ਕੀ ਕਹਿੰਦੇ ਹੁੰਦੇ ਉਹਨੂੰ, ਵਿਮਾਨ। ਵੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ। ਕਹਿੰਦੇ ਆ ਲਓ ਆ ਜਾ ਰਿਹਾ ਭਾਈ। 4 ਦੇ ਕੰਨ ਕਹਿੰਦੇ ਮੋਢਿਆਂ ਦੇ, ਮੋਢੇ ਕਹਿੰਦੇ 4 ਜਣਿਆਂ ਦੇ ਮੋਢਿਆਂ ਦੇ ਉੱਤੇ ਜਾ ਰਿਹਾ ਭਾਈ। ਆਹ ਸੀਗਾ ਇਨਸਾਨ। ਇਹਨੇ ਕੀ ਕੀਤਾ ਹੈ ਦੁਨੀਆ ਦੇ ਵਿੱਚ ਆ ਕੇ? ਕੱਖ ਵੀ ਨਹੀਂ ਕੀਤਾ। ਜੋ ਕੁਛ ਕੀਤਾ ਸਾਰਾ ਕੁਛ ਇੱਥੇ ਹੀ ਧਰਿਆ ਪਿਆ ਹੈ। ਵੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰ ਗਿਆ ਹੈ ਕੰਮ। ਕਹਿੰਦੇ ਜੋ ਤੂੰ ਅਮਲ ਕੀਤੇ ਦੁਨੀਆ ਦੇ ਵਿੱਚ, ਖੇਤ ਸਰੀਰ ਜੋ ਬੀਜੀਏ ਸੋ ਦਰ ਗਏ, ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਇਆ ਆਏ। ਉਹ ਜਿਹੜੇ ਹੈਗੇ ਜੋ ਵੀ ਆਪਾਂ ਦੁਨੀਆ ਦੇ ਵਿੱਚ ਜਿਹੜਾ ਹੈਗਾ ਜਿੰਨਾ ਕੁ ਧਿਆਨ ਸਿਮਰਨ, ਜੋ ਭਗਤੀ ਕਰਾਂਗੇ ਪਾਏ, ਦਰਗਾਹ 'ਚ ਨਾਲ ਉਹਨੇ ਜਾਣਾ ਹੈ। ਔਰ ਜੋ ਆਪਾਂ ਜਿਹੜੇ ਹੈਗੇ ਘਾਹ ਫੂਸ ਕੰਡੇ ਬੀਜਾਂਗੇ ਇਹਨਾਂ ਨੇ ਵੀ ਨਾਲ ਜਾਣਾ, ਕਿਉਂਕਿ ਇਹਨਾਂ ਦੇ ਨਾਲ ਆਪਣੀਆਂ ਜੂਨਾਂ ਡਿਸਾਈਡ ਹੋਣੀਆਂ।
ਫਰੀਦਾ ਅਮਲ ਜੇ ਕੀਤੇ ਦੁਨੀਆ ਵਿੱਚ ਦਰ ਗਿਆ ਇਹ ਕੰਮ ਉਹੀ ਆਉਣੇ ਆ ਭਾਈ, ਉਹੀ ਨਾਲ ਜਾਣਗੇ, ਅਮਲ ਹੀ ਨਾਲ ਜਾਣੇ। ਹਾਂਜੀ ਗੋਰਖੀ ਸਾਹਿਬ। गोरखी साहब। हाँ जी निजर साहब। हाँ जी हाँ जी हाँ जी, मेरी आवाज आ रही है? आ रही है जी। हाँ सॉरी। देखो साध संगत जी, देखो सिद्धी भाषा च लिखिਆ जो ਆਪਾਂ ਕਿੰਨੀ ਵਾਰੀ ਪੜਿਆ ਪਰ ਆਪਾਂ ਕਦੇ ਧਿਆਨ ਨਹੀਂ ਦਿੱਤਾ। ਉਹ ਕਹਿੰਦੇ ਕਿ ਜ਼ਿੰਦਗੀ 'ਚ ਬੰਦਾ ਆਇਆ, ਇੱਥੇ ਮੱਛੀਆਂ ਫੜੀਆਂ ਤੇ ਬਹੁਤ ਅਰੇਂਜਮੈਂਟ ਕਰਦਾ ਹੈ, ਬੜੇ ਬੜੇ ਡਾਕਟਰ ਲਾਗੇ ਰੱਖ ਕੇ ਬੈਠਾ ਹੈ। ਮਾਈਕਲ ਜੈਕਸਨ ਨੂੰ ਆਪ ਜਾਣਦੇ ਹੋਗੇ ਸ਼ਾਇਦ ਸਾਧ ਸੰਗਤ ਜੀ। ਬਿਲਕੁਲ। ਉਸ ਬੰਦੇ ਨੇ ਬੜੇ ਡਾਕਟਰ ਰੱਖੇ, ਸਪੈਸ਼ਲ ਡਾਕਟਰ ਸੀ ਉਹਦੇ ਲਈ। ਇੱਕ ਉਹਨੇ ਆਕਸੀਜਨ ਦਾ ਚੈਂਬਰ ਤਿਆਰ ਕੀਤਾ ਸੀ। ਇਹ ਜਸਟ ਆਪ ਸਮਝਦੇ ਹੋ ਸਾਧ ਸੰਗਤ ਜੀ, ਡਾਕਟਰਾਂ ਦੀ ਟੀਮ ਹਰ ਪਲ ਉਹਦੇ ਕੋਲ ਮੌਜੂਦ। ਇੱਕ ਤੇ ਆਪਾਂ ਲੈ ਕੇ ਜਾਣਾ ਨਾ ਕਿਸੇ ਬੰਦੇ ਨੂੰ ਡਾਕਟਰ ਕੋਲ, ਉਹ ਜਸਟ ਉਹ ਕਿੰਨਾ ਰਿਚ ਹੋਊਗਾ, ਉਹਨੇ ਡਾਕਟਰ ਰੱਖੇ ਨੇ ਆਪਣੇ ਕੋਲ। ਔਰ ਡਾਕਟਰਾਂ ਦਾ ਕੰਮ ਕੀ ਹੈ? ਕੇਵਲ ਉਹਦੀ ਸਿਹਤ, ਜਿਹੜਾ ਖਾਣਾ ਖਾਂਦਾ ਸੀ ਨਾ, ਉਹ ਵੀ ਉਹ ਡਾਕਟਰ ਡਿਸਾਈਡ ਕਰਦੇ ਸੀ ਇਹਨੇ ਕੀ ਖਾਣਾ, A to Z। ਕਾਫੀ ਵੱਡੀ ਗੱਲ। ਪਰ ਉਹ ਕਹਿੰਦੇ ਕਿ ਜਦੋਂ ਵੇਖੋ ਮੌਤ ਦਾ ਫਰਿਸ਼ਤਾ ਆਉਂਦਾ ਹੈ, ਉਹ ਨਹੀਂ ਪਰਵਾਹ ਕਰਦਾ। ਇਹ ਤਾਂ ਫਿਰ ਉਹ ਜਿਹੜੇ ਅਮੀਰ ਹੈ, ਜਿਨ੍ਹਾਂ ਕੋਲ ਬਹੁਤ ਜ਼ਿਆਦਾ ਸੋਰਸ ਹੈਗੇ, ਉੱਥੇ ਫਿਰ ਮਰਨਾ ਹੀ ਨਾ। ਪਰ ਮੌਤ ਦਾ ਫਰਿਸ਼ਤਾ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦਾ। ਜਦੋਂ ਤੇਰਾ ਟਾਈਮ ਆ ਗਿਆ ਸੱਜਣਾ, ਤੈਨੂੰ ਜਾਣਾ ਪੈਣਾ। ਔਰ ਇਸ ਕਰਕੇ ਫਿਰ ਫਰੀਦ ਜੀ ਗੱਲ ਕਹਿੰਦੇ ਨੇ, ਇਹ ਫਰੀਦ ਜੀ ਦੀ ਹਾਂਜੀ ਬਿਲਕੁਲ, ਜਿਸ ਮਰਨੀ ਸੇ ਜਗ ਡਰੇ ਮੇਰੇ ਮਨ ਆਨੰਦ, ਤੇ ਮਰਨੀ ਹੀ ਤੇ ਪਾਈਏ ਪੂਰਨ ਪਰਮਾਨੰਦ। ਉਹ ਕਹਿੰਦੇ ਮੇਰਾ ਜਿਹੜਾ ਕਨਸੈਪਟ ਸੀ, ਜਿਹੜਾ ਮੈਨੂੰ ਪ੍ਰੋਜੈਕਟ ਮਿਲਿਆ ਸੀ, ਇਹ ਕਬੀਰ ਜੀ ਦਾ ਹੈ ਸ਼ਾਇਦ, ਕਬੀਰ ਜੀ ਦੀ ਬਾਣੀ ਹੈ ਸ਼ਾਇਦ। ਹਾਂ ਕਬੀਰ ਜੀ ਦੀ ਮੈਂ ਕਹਿ ਰਿਹਾ। ਹਾਂ ਕੋਈ ਨਹੀਂ। ਕਬੀਰ ਸਾਹਿਬ ਕਹਿੰਦੇ ਨੇ ਕਿ ਜਿਸ ਮੌਤ ਦਾ ਸਹਿਮ ਹੈ, ਦੁਨੀਆ ਡਰਦੀ ਹੈ, ਨਾਂ ਨਹੀਂ ਲੈਂਦੀ ਉਹਦਾ। ਕਹਿੰਦੇ ਉਸ ਮੌਤ ਦੇ ਲਈ ਮੈਂ ਤਿਆਰੀ ਕਰਕੇ ਬੈਠਾ ਜੀ। ਔਰ ਕਿੱਦਾਂ ਕੀਤੀ ਆ? ਕਹਿੰਦੇ ਨਾਕੋ ਕਾਟੀ, ਕੰਨ ਫੂਟ ਕੇ, ਕਹਿੰਦਾ ਜਿਹੜੀ ਮਾਇਆ ਮੂਇਆ ਨਾ, ਮੈਂ ਵੱਢਤਾ ਹੈ, ਨੱਕ ਵੱਢਤਾ ਇਹਦਾ ਮੈਂ। ਕੰਨ ਵੀ ਨਾਕੋ ਕਾਟੀ, ਕਾਨੋ ਕਾਟੀ, ਕਾਟ ਕੂਟ ਕੇ ਡਾਰੀ। ਹਾਂ, ਮੈਂ ਉਹਨੂੰ ਪੂਰਾ ਉਹਦੇ ਅਸਲੀ ਰੂਪ ਨੂੰ ਦੇਖ ਲਿਆ। ਔਰ ਸਾਧ ਸੰਗਤ ਜੀ ਇੱਕ ਗੱਲ ਯਾਦ ਰੱਖਿਓ, ਤੁਹਾਡੀ ਸੁਰਤੀ ਥੋੜੀ ਜਿਹੀ ਅੰਦਰ ਸਥਿਰ ਹੋ ਗਈ ਨਾ, ਆਪ ਮੈਨੂੰ ਖੁਦ ਕਹੋਗੇ ਕਿ ਚਰਨਜੀਤ ਇੰਨੇ ਪਵਿੱਤਰ ਹੋ ਗਏ ਯਾਰ ਅਸੀਂ। ਕੀ ਮਜ਼ਾਲ ਹੈ ਤੁਹਾਡੇ ਚਿੱਤ 'ਚ ਇੱਕ ਘਟੀਆ ਵਿਚਾਰ ਆ ਜਾਏ। ਆਪ ਜਸਟ ਦੇਖੋ, ਉਹ ਸਾਰੇ ਪ੍ਰਮਾਤਮਾ ਦੇ ਗੁਣ ਹੈਗੇ ਜਿਹੜੇ ਮੁੱਖ ਵਾਕ 'ਚ ਨਹੀਂ, ਮੂਲ ਮੰਤਰ ਜਿਹੜੇ ਗੁਣ ਹੈਗੇ ਨਾ। ਹਾਂਜੀ। ਅਕਾਲ ਮੂਰਤ, ਨਿਰਭਉ, ਨਿਰਵੈਰ, ਅਜੂਨੀ ਸੇਭੰ, ਇਹ ਸਾਰੇ ਗੁਣ ਤੁਹਾਡੇ 'ਚ ਆ ਜਾਣੇ ਆ। ਨਿਰਭਉ ਹੋ ਜਾਓਗੇ, ਤੁਹਾਨੂੰ ਭਉ ਹੀ ਨਹੀਂ ਹੋਣਾ ਕਿਸੇ ਦਾ। ਕਿਉਂ? ਕਿਉਂਕਿ ਜਿੱਥੇ ਤੁਸੀਂ ਪਹੁੰਚ ਗਏ ਜੇ ਨਾ, ਉੱਥੇ ਕੋਈ ਜਾਂਦਾ ਨਹੀਂ। ਬਹੁਤ ਵੱਡੀ ਗੱਲ ਹੋ ਗਈ ਆ। ਉੱਥੇ ਕੋਈ ਜਾ ਹੀ ਨਹੀਂ ਸਕਦਾ। ਤੁਸੀਂ ਉੱਥੇ ਪਹੁੰਚ ਗਏ। ਉੱਥੇ ਕੌਣ ਬੈਠਾ ਹੈ? ਆਤਮਾ ਸਮਾਧੀ ਲਈ। ਜਿਹੜੀ ਆਤਮਾ ਜਿੱਥੇ ਕੋਈ ਸੂਰਜ ਨਹੀਂ, ਕੋਈ ਤਾਰਾ ਨਹੀਂ, ਜਿੱਥੇ ਕੋਈ ਸਮਾਂ ਨਹੀਂ, ਜਿੱਥੇ ਇਹ ਪੰਜ ਤੱਤ ਨਹੀਂ, ਉੱਥੇ ਤੁਸੀਂ ਪਹੁੰਚ ਗਏ ਜੋ। ਕਿੱਡੀ ਵੱਡੀ ਗੱਲ ਹੈ। ਅੰਗ ਪੁੱਛ ਰਹੇ ਸੀ, ਅੰਗ 1383 ਔਰ ਸ਼ਲੋਕ ਜਿਹੜਾ ਹੈ 100ਵਾਂ ਸ਼ਲੋਕ ਰਹਿ ਰਿਹਾ ਆਪੇ 1383 ਅੰਗ। ਹਾਂਜੀ ਗੋਰਖ ਸਾਹਿਬ। ਹਾਂਜੀ, ਉੱਥੇ ਤੁਸੀਂ ਪਹੁੰਚ ਗਏ। ਕਿੱਡੀ ਵੱਡੀ ਗੱਲ। ਕਬੀਰ ਸਾਹਿਬ ਨੇ ਕੰਪਲੇਨ ਕਰਤਾ ਹੈ, ਕਹਿੰਦੇ ਮੈਂ ਸਟੋਰੀ ਖਤਮ ਕਰਤੀ, ਮੇਰਾ ਪੇਪਰ ਰੈਡੀ ਹੋ ਚੁੱਕਿਆ ਹੈ, ਮੈਨੂੰ ਤੁਸੀਂ ਕਹੋ ਕਿ ਆਹ ਪੇਪਰ ਚੁੱਕੋ, ਦੇ ਦਿਓ ਸਾਨੂੰ ਪੇਪਰ। ਉਹ ਕਹਿੰਦੇ ਮੈਂ ਆਲਰੇਡੀ ਪੇਪਰ ਕਰ ਲਿਆ ਹੈ। ਔਰ ਕਿੱਦਾਂ ਕਰ ਲਿਆ ਹੈ? ਮੈਂ ਪੇਪਰ ਨੂੰ ਨੰਬਰ 1 ਲਿਸਟ ਤੇ ਰੱਖਿਆ, ਪਰ ਆਪਾਂ ਥੋੜਾ ਜਿਹਾ ਹੋਰ ਤਰੀਕੇ ਨਾਲ ਚੱਲਦੇ ਆਪਾਂ ਪੇਪਰ ਲਾਸਟ ਲਈ ਲਿਸਟ ਤੇ ਰੱਖਿਆ। ਪਰ ਜਦੋਂ ਤੁਸੀਂ ਥੋੜਾ ਜਿਹਾ ਗੋਰਖੀ ਸਾਹਿਬ ਲਿਸਟ ਦੇ ਵਿੱਚ ਰੱਖਿਆ ਹੀ ਨਹੀਂ ਹੈਗਾ। ਅੱਛਾ, ਇਹ ਵੀ ਹੈ, ਇਹ ਵੀ ਸਿਚੁਏਸ਼ਨ ਹੈਗੀ। ਫਿਰ ਉਹ ਕਹਿੰਦੇ ਨੇ ਐਸੇ ਘਰਮ ਬਹੁਤ ਬਸਾਏ, ਮੈਂ ਬੜੇ ਘਰ ਬਸਾਏ। ਮੈਨੂੰ ਪਤਾ ਹੈ ਕਿ ਤੁਸੀਂ ਭਗਤੀ ਕਰੋਗੇ ਨਾ, ਤੁਹਾਨੂੰ ਖੁਦ ਪਤਾ ਲੱਗ ਜਾਊਗਾ ਕਿ ਇਹ ਸੰਸਾਰ ਕੀ ਹੈ, ਇਹਦਾ ਅਸਲੀ ਰੂਪ ਕੀ ਹੈ, ਤੁਹਾਡੇ ਸਾਹਮਣੇ ਪ੍ਰਗਟ ਹੋਵੇਗਾ। ਕੇਵਲ ਗੱਲਾਂ ਨਹੀਂ, ਇਹ ਜਿਹੜੀਆਂ ਗੱਲਾਂ ਪੜ੍ਹੀਆਂ ਉਹ ਨਹੀਂ ਗੱਲ ਬਣਦੀ। ਦੇਖੋ, ਜਿਹੜੀ ਪਰਾ ਵਿਦਿਆ ਨਾ, ਉਹ ਹੈਗੀ ਸੰਸਾਰ ਦੀ ਵਿਦਿਆ।
ਅਨੇ ਅਪਰਾ ਵਿਦਿਆ ਜਿਹੜੀ ਉਹ ਸੰਸਾਰ ਦੀ ਆ, ਪਰਾ ਵਿਦਿਆ ਸਾਡੀ ਆਤਮਾ ਦੀ ਵਿਦਿਆ। ਜਦੋਂ ਮਨ ਅਕਿਰਿਆ ਅਵਸਥਾ 'ਚ ਸਥਿਰ ਹੋ ਜਾਂਦਾ ਹੈ, ਫਿਰ ਬਾਰ-ਬਾਰ ਤੁਸੀਂ ਉੱਥੇ ਜਾਣਾ ਹੈ, ਔਰ ਇੱਕ ਸਮਾਂ ਆਊਗਾ ਤੁਹਾਡਾ ਮਨ ਜਿਹੜਾ ਹੈ ਉਹ ਜੋਤ ਸਰੂਪ ਹੋ ਜਾਏਗਾ। ਜੋਤ ਸਰੂਪ ਦਾ ਮਤਲਬ ਕੋਈ ਉੱਥੇ ਕੋਈ ਜੋਤ ਨਹੀਂ ਬਲਦੀ ਪਈ, ਕਿਤੇ ਲੋਕੀ ਐਵੇਂ ਵਹਿਮ 'ਚ ਨਾ ਪਾ ਦੇਣ। ਇਸਨੇ ਆਪਣੇ ਪ੍ਰਕਾਸ਼ ਦੇ ਨਾਲ ਹੀ ਪ੍ਰਕਾਸ਼ਿਤ ਹੋ ਜਾਣਾ। ਇਹਨੇ ਚੇਤਨਾ ਦੇ ਨਾਲ ਪ੍ਰਕਿਰਤੀ ਨੂੰ ਛੱਡ ਦੇਣਾ, ਪ੍ਰਕਿਰਤੀ ਦੇ ਪ੍ਰਭਾਵ ਚੋਂ ਜਿਹੜਾ ਉਹਦੀ ਖਿੱਚ ਤੋਂ ਦੂਰ ਹੋ ਜਾਣਾ। ਹਾਂ, ਇਹਨੂੰ ਨਹੀਂ, ਇਹਨੂੰ ਬੜਾ ਔਖਾ, ਇਹਨੂੰ ਤੁਸੀਂ ਇਹਨੂੰ ਕਾਮ ਦੇ ਬਾਰੇ ਕੋਈ ਕੁਛ ਨਹੀਂ ਕਹਿ ਸਕਦੇ। ਕੋਈ ਮੈਂ ਕਹਿੰਦਾ ਇੱਕ ਪਰੀ ਦੀ ਗੱਲ ਕਰਦੇ 1000 ਉਰਵਸ਼ੀਆਂ ਸਾਹਮਣੇ ਆ ਜਾਣ, ਪਰ ਬੰਦੇ ਦੇ ਮਨ 'ਚ ਤਰੰਗ ਨਹੀਂ ਪੈਦਾ ਹੋਊਗੀ। ਸੰਸਾਰ ਤੋਂ ਭੱਜੋਗੇ ਨਹੀਂ ਤੁਸੀਂ, ਉੱਥੇ ਖਲੋਵੋਗੇ, ਉੱਥੇ ਸੰਸਾਰ ਦੇ ਵਿੱਚ ਬੈਠੇ ਐ ਪਰ ਕਮਲ ਦੇ ਫੁੱਲ ਵਰਗੀ ਅਵਸਥਾ ਬਣੇਗੀ। ਕਿੰਨੀ ਜ਼ਬਰਦਸਤ ਗੱਲ ਕਰ ਰਿਹਾ ਮੈਂ। ਜਦੋਂ ਤੁਹਾਡੀ ਅਵਸਥਾ ਬਣਨੀ ਹੈ, ਪੱਕਾ ਬਣਨੀ ਹੈ, ਔਰ ਮੇਰੀ ਫਾਰ ਗਰੰਟੀ ਆ। ਇੱਕ ਤੇ ਹੁੰਦਾ ਨਾ ਬੰਦਾ ਗੱਲਾਂ ਕਰਦਾ ਹੈ, ਉਹ ਜੀ ਪੜ੍ਹ ਪੁੜ ਕੇ ਇੱਧਰ ਉੱਧਰ ਹੀ ਨਾ, ਪ੍ਰੈਕਟੀਕਲ ਗੱਲ ਕਰਦਾ। ਔਰ ਇੱਕੋ ਹੀ ਗੱਲ ਚਾਹੀਦੀ ਆ, ਇਹ ਅਵਸਥਾ ਬਣਨ ਦੇ ਲਈ ਕੁਛ ਨਹੀਂ ਜੋ ਕਰਨਾ, ਨਿੱਜਰ ਸਾਹਿਬ ਕੇਵਲ ਹੱਥ ਹੀ ਖੜਾ ਕਰਨਾ ਵਾ, ਮੈਂ ਤਿਆਰ ਹਾਂ। ਬਾਕੀ ਬ੍ਰਹਮ ਨੇ ਆਪੇ ਕਰ ਦੇਣਾ ਨਿੱਜਰ ਸਾਹਿਬ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਤਿਆਰ ਆਪਾਂ ਤਿਆਰ ਆ ਤੇ ਮਾਲਕ ਨੇ ਆ ਗਿਆਨ ਦੇ ਰਿਹਾ, ਗਿਆਨ ਦੇ ਅਨੁਸਾਰ ਆਪਾਂ ਨੇ ਚੱਲ ਪੈਣਾ ਹੈ। ਬਸ ਇੰਨੀ ਕੀ ਗੱਲ ਚਾਹੀਦੀ ਹੈ। ਬਸ ਗਿਆਨ ਤੁਹਾਡੇ ਕੋਲ ਆਪੇ ਆ ਜਾਣਾ ਨਿੱਜਰ ਸਾਹਿਬ। ਤੁਸੀਂ ਰੈਡੀ ਕੋਈ ਨਹੀਂ ਨਾ ਹੁੰਦਾ। ਕੌਣ ਲੈਂਦਾ ਗਿਆਨ? ਪੜ੍ਹਨਾ ਚਾਹੁੰਦੇ ਨੇ, ਗਿਆਨ ਲੈਣਾ ਕੋਈ ਨਹੀਂ ਚਾਹੁੰਦਾ। ਬਿਲਕੁਲ। ਫਲ ਆਪਾਂ ਸਾਰੇ ਖਾਣਾ ਚਾਹੁੰਦੇ ਆ, ਪਰ ਰੁੱਖ ਕੋਈ ਨਹੀਂ ਲਾਉਣਾ ਚਾਹੁੰਦਾ। ਤੇ ਰੁੱਖ ਲਾਵਾਂਗੇ ਤੇ ਫਲ ਮਿਲੂਗਾ। ਪਰ ਰੁੱਖ ਮਤਲਬ ਹੱਥ ਖੜਾ ਕਰਨਾ। ਠੀਕ ਹੈ ਜੀ, ਹੱਥ ਖੜਾ ਕਰ ਦੋ ਜੀ, ਉਹ ਕਹਿੰਦੇ ਤੁਹਾਡਾ ਮਸਲਾ ਹੱਲ ਹੋ ਜਾਏਗਾ। ਇਹ ਜਿਹੜਾ ਦਰਗਾਹ ਦੇ ਵਿੱਚ ਕਹਿ ਰਹੇ ਨਹੀਂ ਸਨ ਕਿ ਫਰੀਦਾ ਕਮ ਅਮਲ, ਜਿਹਨੇ ਅਮਲ ਕੀਤੇ ਕਹਿਣ ਤੋਂ ਬਾਅਦ ਜਿਹਨਾਂ ਹੱਥ ਖੜਾ ਕੀਤਾ, ਤੇ ਫਿਰ ਕੀ ਹੋਣਗੇ? ਉਹ ਪ੍ਰਵਾਨ ਹੋ ਜਾਣਗੇ, ਸਟੈਂਪ ਵੱਜ ਜਾਣੀ ਹੈ ਦਰਗਾਹ ਦੇ ਵਿੱਚ, ਪ੍ਰਵਾਨ ਹੋਣੀ ਹੈ। ਕਿਉਂਕਿ ਜਿਨ੍ਹਾਂ ਨੇ ਜੀਵਨ ਨੂੰ ਜੀਆ, ਅਸਲੀ ਦੇ ਵਿੱਚ ਉਹ ਜਿੰਦਾ ਸੀ, ਲੋਕ ਮੁਰਦੇ ਨਹੀਂ ਸੀ। ਉਹ ਜਿਹੜੇ ਲੋਕਾਂ ਦਾ ਪਰਾਇਆ ਖਾਈ ਜਾਂਦੇ, ਉਹ ਤੇ ਬੰਦੇ ਥੋੜੀ, ਉਹ ਤੇ ਜਾਨਵਰਾਂ ਤੋਂ ਵੀ ਮਾੜੇ ਹੈਗੇ। ਉਹ ਕਦੇ ਹੀ ਬੰਦੇ ਨੇ, ਹੈ ਇਨਸਾਨ ਨੇ, ਪਰ ਅੰਦਰੋਂ ਜਾਨਵਰ। ਫਿਰ ਬਾਣੀ ਇੱਥੇ ਕਹਿੰਦੀ ਆ, ਅਸੰਖ ਚੋਰ ਹਰਾਮ ਖੋਰ, ਅਸੰਖ ਗਲਵੜ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ। ਬਾਣੀ ਵੇਖੋ, ਬਾਣੀ ਕੀ ਕਹਿੰਦੀ ਆ। ਕਿਹੜੇ ਨੇ ਅਸੰਖ? ਉਹ ਸਾਡੇ ਵਰਗਿਆਂ ਚੋਂ ਹੀ ਨੇ, ਜਿਹੜੇ ਤਾਂ ਜੀਵਨ ਬਤੀਤ ਕਰ ਰਹੇ ਨੇ, ਜਿਹੜੇ ਹਰਾਮ ਖੋਰ ਨੇ, ਹਰਾਮ ਦਾ ਖਾਂਦੇ ਨੇ। ਅਸੰਖ ਗਲਵੜ ਹੱਤਿਆ ਕਮਾਏ, ਉਹ ਦੂਜੇ ਦੇ ਪੈਸੇ ਦੇ ਲਈ ਕਿਸੇ ਦਾ ਗਲਾ ਵੀ ਵੱਢ ਸਕਦੇ ਨੇ, ਐਡੇ ਪਾਪੀ ਲੋਕ ਹੈ। ਪਰ ਬਾਣੀ ਕਹਿੰਦੀ ਆ ਕਿ ਨਹੀਂ, ਜੇਕਰ ਤੁਸੀਂ ਉਸ ਤਰੀਕੇ ਨਾਲ ਅਮਲ ਦੇ ਨਾਲ ਜੀਵਨ ਬਤੀਤ ਕਰੋਗੇ, ਤੁਹਾਨੂੰ ਕੁਛ ਵੀ ਨਹੀਂ ਹੋਏਗਾ। ਠੀਕ ਹੈ ਜੀ, ਦਰਗਾਹ ਦੇ ਵਿੱਚ ਤੁਸੀਂ ਕੰਮ ਆਵੇਗਾ ਤੁਹਾਡੇ। ਇਹ ਗੱਲ ਯਾਦ ਰੱਖਿਓ। ਇਹ ਕਹਿੰਦੇ ਗੱਲ ਪੱਕੀ ਲਿਸਟ ਤੇ ਲਿਖ ਲੈਣੀ ਹੈ। ਇਹ ਤਸਦੀਕ ਕਰਦੀ ਹੈ ਫਰੀਜੀ ਨੇ ਕਿ ਜਦੋਂ ਤੁਸੀਂ ਸੰਸਾਰ ਤੋਂ ਜਾਓਗੇ, ਮੈਂ ਆਪਣੀ ਗੱਲ ਕਰਦਾ, ਅਸੀਂ ਜਦੋਂ ਸੰਸਾਰ ਤੋਂ ਜਾਵਾਂਗੇ, ਤੁਸੀਂ ਤੇ ਫਿਰ ਉਹ ਭਾਸ਼ਾ ਹੀ ਏਦਾਂ ਦੀ, ਹੁਣ ਕੀ ਕੀਤਾ ਜਾਵੇ, ਗੱਲ ਸਮਝਾਉਣ ਦਾ ਤਰੀਕਾ ਹੀ ਨਹੀਂ, ਕੋਈ ਹੋਰ ਕੋਈ ਤਰੀਕਾ ਨਹੀਂ। ਕਹਿੰਦੇ ਕਿ ਜਦੋਂ ਅਸੀਂ ਦਰਗਾਹ ਤੇ ਜਾਵਾਂਗੇ ਤੇ ਫਿਰ ਸਾਡੇ ਕੰਮ ਆਊਗਾ। ਉਹਨਾਂ ਨੇ ਤੁਹਾਡੇ ਤੋਂ ਮੰਗਣਾ ਹੈ, ਧਰਮ ਰਾਏ ਜਬ ਲੇਖਾ ਮੰਗੇ ਤੋ ਕਿਆ ਮੁੱਖ ਲੈ ਕੇ ਜਾਏ। ਕਿਹੜਾ ਮੁੱਖ ਲੈ ਕੇ ਜਾਏਗਾ? ਕਿ ਮੈਂ ਬੜੀਆਂ ਬਿਲਡਿੰਗਾਂ ਪਾਈਆਂ ਸੀ, ਮੈਂ ਬੜੀ ਪੈਲੀ ਖਰੀਦ ਲਈ ਆ, ਕਹਿੰਦਾ ਫਿਰ ਮਿੱਟੀ ਖਰੀਦੀ ਜਾ। ਬਸ ਆਊਟਪੁੱਟ ਕੀ ਨਿਕਲਿਆ? ਤੂੰ ਜ਼ਿੰਦਗੀ ਚ ਕੀ ਸਿੱਖ ਕੇ ਆਇਆ? ਬਸ ਇਹ ਸਿੱਖਣਾ ਕੀ ਸੀ? ਮੈਂ ਬਸ ਤੁਸੀਂ ਮੈਨੂੰ ਜਨਮ ਦਿੱਤਾ ਵਾ, 70-80 ਸਾਲ ਮੈਂ ਏਦਾਂ ਹੀ ਕੱਢਦੇ, ਬਸ ਨਜ਼ਾਰੇ ਲਏ ਆ, ਉਹ ਬੰਗਲੇ ਵਾਂਗੂ ਮੈਂ ਖੇਡਾਂ ਕੀਤੀਆਂ। ਬਸ ਕਹਿੰਦੇ ਫਿਰ ਆ ਜਾ, ਤੇਰੇ ਲਈ ਫਿਰ ਦੂਜੀ ਖੇਡ ਤਿਆਰ ਹੋ ਗਈ ਹੈ ਪਈ, ਉੱਥੇ ਤੈਨੂੰ ਜਾਣਾ ਪੈਣਾ। ਖੁਦ ਹੀ ਤੇ ਤਿਆਰ। ਦੇਖੋ, ਲੋਕੀ ਕਹਿੰਦੇ ਨਾ ਕਿ ਉਹ ਧਰਮ ਰਾਜ ਤੁਹਾਨੂੰ ਸਜ਼ਾ ਦਿੰਦਾ। ਧਰਮ ਰਾਜ ਨੇ ਕਦੀ ਸਜ਼ਾ ਦੇਣੀ ਹੈ? ਅਸੀਂ ਖੁਦ ਹੀ ਆਪਣੇ ਆਪ ਨੂੰ ਸਜ਼ਾ ਦੇ ਰਹੇ ਹਾਂ ਅਨੰਤ ਜਨਮਾਂ ਤੋਂ। ਔਰ ਅਸੀਂ ਹਰ ਵਾਰੀ ਏਦਾਂ ਹੀ ਕਰਦੇ ਹਾਂ। ਇੱਥੇ ਆ ਕੇ ਸੰਸਾਰ ਜੀ ਖੇਲਾਂ 'ਚ ਲੱਗ ਜਾਂਦੇ ਹਾਂ, ਔਰ ਆਪਣਾ ਵਜੂਦ ਭੁੱਲ ਜਾਂਦੇ ਹਾਂ। ਬਾਣੀ ਨੂੰ ਪੜ੍ਹਦੇ ਤੇ ਹੈਗੇ ਆ, ਪਰ ਏਦਾਂ ਪੜ੍ਹਦੇ ਕਿ ਮੂੰਹ 'ਚ ਪਾਇਆ ਤੇ ਚੂੜੀ ਕਰਤੀ। ਬਸ ਇਹੀ ਗੋਰਖੀ ਸਾਹਿਬ, ਇਹ ਅਮਲ ਦੀ ਜਗ੍ਹਾ ਤੇ ਬਦ ਅਮਲ ਹੈਗੇ ਨਾ। ਇਹ ਜਿਹੜੇ ਹੈਗੇ, ਦੇਖੋ ਦੁਨੀਆ ਦੇ ਵਿੱਚ ਆਪਾਂ ਆਉਂਦੇ ਹਾਂ ਤੇ ਅਮਲ ਜਿਹੜੇ ਹੈਗੇ ਆ, ਅਮਲ ਦੇਖੋ ਫਰੀਜੀ ਦੀ ਬਾਣੀ ਹੈ, ਮੇਰੇ ਖਿਆਲ ਫਰੀਜੀ ਦੀ ਸ਼ਲੋਕ ਹੈਗਾ, ਉਹਦੇ ਵਿੱਚ ਦੱਸਦੇ ਆ ਫਰੀਜੀ ਭਾਈ ਦੇਖ, ਤੈਨੂੰ ਪਰਮਾਤਮਾ ਨੂੰ ਜੀਵਨ ਦੇ ਵਿੱਚ ਲਿਆਉਣਾ ਹੈ। ਭਗਤੀ ਜਿਹੜੀ ਹੈਗੀ ਆ, ਧਿਆਨ ਸਿਮਰਨ ਜਿਹੜਾ ਹੈਗਾ, 2 ਟਾਈਮ ਦਾ ਧਿਆਨ ਸਿਮਰਨ ਕਰਨਾ ਹੈ। ਉਹ ਕਹਿੰਦੇ ਪਹਿਲੇ ਪੈਰੇ ਫੁੱਲੜਾ, ਫਲ ਵੀ ਪੱਛਾ ਰਾਤ, ਜੋ ਜਗਨ
ਲਾਹਨ ਸੇ ਸਾਈਂ ਕੰਨੋ ਦਾਤ। ਬਸ ਇੰਨੀ ਕੀ ਗੱਲ ਆ। ਕਹਿੰਦੇ ਦੇਖ ਪਹਿਲੇ ਪੈਰ ਦੇ ਵਿੱਚ ਜਿਹੜਾ ਹੈਗਾ ਰਾਤ ਦੇ ਪਹਿਲੇ ਪੈਰ 'ਚ ਫੁੱਲ ਲੱਗਦਾ ਹੈ ਬੂਟੇ ਨੂੰ, ਅਤੇ ਫਲ ਵੀ ਪੱਛਾ ਰਾਤ, ਫਿਰ ਪੱਛੋ ਰਾਤ ਜਿਹੜਾ ਸਵੇਰ ਵੇਲੇ ਜਿਹੜਾ ਹੈਗਾ ਫਲ ਲੱਗ ਜਾਂਦਾ। ਇਹ 2 ਟਾਈਮ ਦੀ ਭਗਤੀ ਕਰਿਆ ਕਰ ਪਿਆਰਿਆ, ਇੱਕ ਰਾਤ ਦੀ ਸੌਣ ਵੇਲੇ ਦੀ ਪਹਿਲੇ ਪੈਰ ਦੀ, ਦੂਸਰੀ ਜਿਹੜੀ ਹੈਗੀ ਸਵੇਰੇ ਉੱਠਦੇ ਸਾਰ। ਕਿਉਂਕਿ ਰਾਤ ਨੂੰ ਸੌਣ ਵੇਲੇ ਤੂੰ ਜਿਹੜਾ ਆਤਮਾ ਦੇ ਕੋਲ ਜਾਣਾ ਹੈ, ਆਟੋਮੈਟੀਕਲੀ ਜਾਣਾ ਹੈ, ਤੇਰਾ ਸਾਰੀਆਂ ਫਾਈਲਾਂ ਕਲੋਜ਼ ਹੋ ਜਾਂਦੀਆਂ ਤੇਰੀਆਂ। ਸਵੇਰੇ ਜਦ ਆਉਣਾ ਹੈ ਸਾਰੀਆਂ ਫਾਈਲਾਂ ਕਲੋਜ਼ ਹੁੰਦੀਆਂ, ਫਿਰ ਤੂੰ ਖੋਲ੍ਹਦਾ ਹੈ। ਉਸ ਤੋਂ ਪਹਿਲਾਂ ਭਗਤੀ ਕਰ ਲਿਆ ਕਰ ਮੇਰੇ ਪਿਆਰਿਆ। ਬਸ ਇੰਨੀ ਕੀ ਆਹੀ ਜਿਹੜੀ ਅਮਲ ਹੈਗੇ ਦੁਨੀਆ ਦੇ ਵਿੱਚ, ਇਹ ਕਰਾਂਗੇ ਤੇ ਦਾਤ ਮਿਲ ਜਾਏਗੀ ਆਪਾਂ ਨੂੰ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ ਨਿੱਜਰ ਸਾਹਿਬ, ਆਪਾਂ ਅੱਗੇ ਚੱਲੀਏ। ਹਾਂਜੀ। ਫਰੀਦਾ ਹਉ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿਨ੍ਹਾਂ ਵਾਸ। ਦੇਖੋ ਹਾਹਾ ਲੱਗਿਆ, ਮਜ਼ਾ ਆਉਂਦਾ ਹਾਹਾ ਬੁਲਾਉਣ ਦੇ ਨਾਲ। ਛੋਟਾ ਜਿਹਾ ਹਾਹਾ ਬੁਲਾਓ, 3 ਕਹਿਤਾ, ਇੱਥੇ 3 ਹੈ। ਫਰੀਦਾ ਹਉ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿਨ੍ਹਾਂ ਵਾਸ। ਕਹਿੰਦੇ ਮੈਂ ਤਾਂ ਬਲਿਹਾਰ ਰਿਹਾ ਐਸੇ ਪੰਖੀਆਂ ਤੋਂ ਭਾਈ ਜੰਗਲ ਦੇ ਵਿੱਚ ਜਿਹੜਾ ਹੈਗਾ ਇਹ ਵਿਖੇ ਬਨ ਫੀਕਾ ਤਿਆਗ ਰਹੀ ਸਖੀਏ। ਇਹ ਵਿਸ਼ੇ ਵਿਕਾਰਾਂ ਦੇ ਜੰਗਲ ਦੇ ਵਿੱਚ ਮੈਂ ਐਸੇ ਪੰਖੀਆਂ ਤੋਂ ਬਲਿਹਾਰ ਰਿਹਾ ਭਾਈ, ਜਿਹੜੇ ਇਹ ਜੰਗਲ ਦੇ ਵਿੱਚ ਹੈਗੇ, ਸਾਰੇ ਸਵਾਦ ਪਏ ਹੋਏ ਆ, ਸਾਰੇ ਪਦਾਰਥ ਪਏ ਹੋਏ ਆ, ਪਰ ਉਹ ਕੀ ਕਰਦੇ ਆ? ਕੱਕਰ ਚੁਗਨ ਥਲ ਵਸਨ ਰੱਬ ਨਾ ਛੋੜਨ ਪਾਸ। ਕਹਿੰਦੇ ਕੰਕੜ ਚੁਗਦੇ ਆ, ਬਸ ਜਿੰਨੀ ਕੁ ਡਿਮਾਂਡ ਆ ਓਨਾ ਕੁ ਲੈਂਦੇ। ਪੰਖੀਆਂ ਦੀ ਗੱਲ ਨਹੀਂ, ਆਪਣੀ ਗੱਲ ਆ। ਕਹਿੰਦੇ ਜਿੰਨੀ ਕੁ ਨੈਸੈਸਿਟੀ ਹੈ, ਜਿੰਨੀ ਕੁ ਜ਼ਰੂਰਤ ਹੈਗੀ, ਓਨਾ ਕੀ ਲੈਂਦੇ ਆ ਉਹਦੇ ਵਿੱਚੋਂ। ਔਰ ਥਲ ਵਸਨ, ਥਲ ਕਹਿੰਦੇ ਧਰਤੀ 'ਤੇ ਇੱਕਦਮ ਨਿਮਰਤਾ ਦੇ ਵਿੱਚ, ਗਰੀਬੀ ਦੇ ਵਿੱਚ ਥੱਲੇ ਰਹਿੰਦੇ ਆ ਸਾਰਿਆਂ ਤੋਂ। ਰੱਬ ਨਾ ਛੋੜਨ ਪਾਸ, ਔਰ ਪਰਮਾਤਮਾ ਦਾ ਪਾਸਾ ਨਹੀਂ ਛੱਡਦੇ ਪਾਏ, ਪਰਮਾਤਮਾ ਦੀ ਭਗਤੀ ਨਹੀਂ ਛੱਡਦੇ। ਕਹਿੰਦੇ ਮੈਂ ਤਾਂ ਬਲਿਹਾਰਿਆ ਐਸੇ ਪੰਖੀਆਂ ਤੋਂ, ਐਸੇ ਇਨਸਾਨਾਂ ਤੋਂ। ਹਾਂਜੀ ਗੋਰਖੀ ਸਾਹਿਬ। ਹਾਂਜੀ ਨਿੱਜਰ ਸਾਹਿਬ, ਇੱਕ ਵਾਰੀ ਪਹਿਲਾਂ ਬਾਣੀ ਚ ਆਇਆ ਸੀ, ਕਹਿੰਦੇ ਸੀ ਕਿ ਭੀਖ ਮੰਗ ਲੈਣਾ, ਮੰਗ ਕੇ ਜੀਵਨ ਬਤੀਤ ਕਰੇਗਾ, ਤੈਨੂੰ ਧਰਮਰਾਜ ਮਾਫ ਕਰ ਦੇ, ਕਿ ਇਹਦਾ ਖੋਹ ਨਾ ਲੱਗੇ। ਸਾਧ ਸੰਗਤ ਦੀ ਗੱਲ ਬੜੀ ਵੱਡੀ ਕਰ ਗਏ ਜੀ। ਫਿਰ ਉਹ ਕਹਿੰਦੇ ਆ ਕਿ ਮੈਂ ਉਹਨਾਂ ਤੇ ਬਲਿਹਾਰੀ ਜਾਨਾ ਹੈ ਜਿਹੜੇ ਜੰਗਲ ਚ ਰਹਿੰਦੇ ਨੇ। ਤੁਹਾਡੀਆਂ ਗਿਆਨ ਇੰਦਰੀਆਂ, ਤੁਹਾਡੀਆਂ ਕਰਮ ਇੰਦਰੀਆਂ, ਬਾਹਰ ਵੇਖੋ ਭੋਗ, ਵਿਸ਼ੇ ਵਿਕਾਰ, ਤੇ ਉਹ ਕਹਿੰਦੇ ਆ ਕਿ ਰੁੱਖੀ ਮਿੱਸੀ ਖਾ ਕੇ ਆਪਣਾ ਜੀਵਨ ਬਸਰ ਕਰਦੇ ਆ, ਪਰ ਉਹ ਇਸ ਮਾਇਆ ਦੇ ਜਾਲ ਤੋਂ ਪ੍ਰਭਾਵਿਤ ਨਹੀਂ ਹੁੰਦੇ। ਇਹ ਮਿਰਗ ਤ੍ਰਿਸ਼ਨਾ ਹੈ। ਮਿਰਗ ਤ੍ਰਿਸ਼ਨਾ ਦਾ ਮਤਲਬ ਸਾਡੀ ਸੁਰਤੀ ਨੂੰ ਖਿੱਚ ਲੈਂਦੀ ਹੈ। ਦੇਖੋ ਸਾਹਮਣੇ ਕੋਈ ਚੀਜ਼ ਆ ਗਈ ਤੁਹਾਡੇ ਸਾਹਮਣੇ, ਵੇਖੋ ਤੁਹਾਡੀਆਂ ਇੰਦਰੀਆਂ ਦਾ ਵੇਖੋ ਕਿੱਦਾਂ ਭੁੜਕਦੀਆਂ। ਆਪ ਪਲੀਜ਼ ਕਿਤੇ ਜਿੱਥੇ ਖਾਣੇ ਬਣਦੇ ਉੱਥੇ ਲਾਗੇ ਲੰਘ ਕੇ ਦਿਖਾਓ, ਤੁਹਾਡੀ ਨਾਸਕਾ ਦਾ ਐਕਸ਼ਨ ਦੇਖਿਓ ਨਿੱਜਰ ਸਾਹਿਬ, ਖੁਦ ਤੁਹਾਡੇ ਮੂੰਹ 'ਚ ਲਾਲਾਂ ਆ ਜਾਣੀਆਂ। ਬਿਲਕੁਲ ਭੋਗ ਇੰਨੇ ਪਾਵਰਫੁਲ ਹੁੰਦੇ ਆ ਸਾਧ ਸੰਗਤ ਜੀ। ਕਿਤੇ ਕੋਈ ਚੀਜ਼ ਫਰਾਈ ਫਰੀ ਹੁੰਦੀ ਵੇਖਿਓ ਕਿੱਦਾਂ ਨਾਸਾਂ 'ਚ ਮਹਿਕਾਂ ਚੜ੍ਹਦੀਆਂ ਤੁਹਾਡੇ, ਪਰ ਉਹ ਕਹਿੰਦੇ ਕਿ ਮਹਿਕਾਂ ਚੜੀਆਂ ਨੇ, ਪਰ ਉਸ ਬੰਦੇ ਨੇ ਭੋਗਾਂ ਨੂੰ ਭੋਗਿਆ ਨਹੀਂ। ਠੀਕ ਹੈ ਜੀ। ਤੇ ਕਹਿੰਦੇ ਫਿਰ ਕੀ ਆ? ਫਿਰ ਕਹਿੰਦੇ ਕਿ ਜਿਹੜੇ ਐਸੀ ਅਵਸਥਾ 'ਚ ਬੈਠੇ ਨੇ ਉਹ ਬਹੁਤ ਵਧੀਆ ਗੱਲ ਹੈ, ਉਹਨਾਂ ਨੇ ਜ਼ਿੰਦਗੀ 'ਚ ਕੁਛ ਲੱਭ ਲਿਆ ਸਮਝ ਲਓ। ਉਹ ਕਹਿੰਦੇ ਨਾ ਕਿ ਰੁੱਖੀ ਮਿੱਸੀ ਖਾਈ ਕੇ ਠੰਡਾ ਪਾਣੀ ਪੀ, ਦੇਖ ਪਰਾਈ ਚੋਪੜੀ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀ। ਹਾਂ ਉਹ ਕਹਿੰਦੇ ਕਿ ਬਈ ਤੂੰ ਸੁੱਕੀ ਮਿੱਕੀ ਖਾ ਲਾ। ਔਰ ਇਹ ਸਾਧ ਸੰਗਤ ਜੀ, ਇਹ ਤੁਹਾਡੇ ਮਨ ਦੀ ਇੱਕ ਅਵਸਥਾ ਜੇ, ਇਹ ਆਪ ਜੀ ਪਲੀਜ਼ ਇਹਨੂੰ ਨੋਟੀਫਾਈ ਕਰ ਲੈਣਾ। ਮੈਂ ਤੁਹਾਨੂੰ ਇਹ ਕਹਿ ਤਾਂ ਫੇਰ ਦੁਬਾਰਾ ਬੋਲ ਰਿਹਾ, ਇੱਕ ਹੋਰ ਲਫ਼ਜ਼ ਬੋਲ ਰਿਹਾ। ਦੁਨੀਆ ਦਾ ਕੋਈ ਭੋਗ ਤੁਹਾਡੇ ਸਾਹਮਣੇ ਆ ਜਾਏ, ਤੁਹਾਡੇ ਅੰਦਰ ਤਰੰਗ ਨਹੀਂ ਜੋ ਪੈਦਾ ਹੋਣੀ, ਇੱਕ ਅਵਸਥਾ ਤੁਹਾਡੀ ਬਣੂਗੀ। ਮੇਰੀ ਗੱਲ ਪੱਕੀ ਪੱਥਰ ਤੇ ਲਕੀਰ ਹੋਊਗੀ, ਲਿਖ ਲੈਣ। ਇੱਕ ਤੇ ਹੁੰਦਾ ਨਾ ਕਿ ਤੁਸੀਂ ਇੰਦਰੀਆਂ ਦਾ ਕੰਟਰੋਲ ਕਰਨਾ, ਉਹ ਇੱਕ ਬਹੁਤ ਛੋਟੀ ਅਵਸਥਾ ਹੈ, ਬੱਚਾ ਅਵਸਥਾ ਮੈਂ ਕਹਿ ਸਕਦਾ ਉਹਨੂੰ। ਅੱਗੇ ਜਾ ਕੇ ਭਗਤੀ ਇੰਨੀ ਪਾਵਰਫੁਲ ਹੋ ਜਾਣੀ ਆ, ਮਤਲਬ ਤੁਸੀਂ ਨਾ ਰਹੋਗੇ ਸੰਸਾਰ 'ਚ ਹੀ, ਪਰ ਤੁਸੀਂ ਡੀ ਅਟੈਚ ਹੋ ਜਾਣਾ, ਇਸ ਤੋਂ ਅਲੱਗ ਹੋ ਜਾਣਾ। ਇਸ ਸੰਸਾਰ ਗੋਰਖੀ ਸਾਹਿਬ ਕਿਉਂ ਅਲੱਗ ਹੋ ਜਾਣਾ? ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਗੋਰਖੀ ਸਾਹਿਬ, ਇਹ ਜਿਹੜੀ ਹੈ ਜਿਉਂ ਧਿਆਨ ਸਿਮਰਨ ਕਰਨ ਦੇ ਨਾਲ ਹੀ ਥੋੜ੍ਹੇ ਦਿਨਾਂ ਦੇ ਵਿੱਚ ਹੀ ਇਹ ਚੀਜ਼ ਜਿਹੜੀ ਹੈਗੀ ਇਨਸਾਨ ਨੂੰ ਮਿਲਣੀ ਸ਼ੁਰੂ ਹੋ ਜਾਂਦੀ ਆ। ਉਹਦੇ ਅੰਦਰ ਜਿਹੜਾ ਹੈਗਾ ਇਹ ਮਾਇਆ ਦੇ ਵਿਸ਼ੇ ਵਿਕਾਰਾਂ ਦੀ ਖਿੱਚ ਜਿਹੜੀ ਹੈਗੀ ਘਟਣੀ ਸ਼ੁਰੂ ਹੋ ਜਾਂਦੀ ਹੈ, ਥੋੜ੍ਹੀ ਜਿਹੀ ਭਗਤੀ ਦੇ ਨਾਲ ਹੀ ਹੋ ਜਾਂਦੀ ਹੈ। ਅੜੇ ਕਾਮ ਲੋਕੀ ਰੌਲਾ ਪਾਈ ਜਾਂਦੇ, ਇੱਥੇ ਵੇਖੋ ਗ੍ਰੰਥ ਭਰੇ ਨੇ ਦੁਨੀਆ ਭਰ ਦੇ,
ਜੀ ਕਾਮ ਤੋਂ ਮੁਕਤੀ ਦਿਓ। ਕਾਮ ਤੁਹਾਨੂੰ ਕੁਝ ਕਹਿ ਹੀ ਨਹੀਂ ਸਕਦਾ। ਕੀ ਮਜਾਲ ਤੁਹਾਡੇ ਚਿੱਤ 'ਚ ਕੋਈ ਤਰੰਗ ਪੈਦਾ ਹੈ ਯਾਰ? ਸਾਹਮਣੇ ਭੋਗ, ਇਹ ਸਰੀਰ ਤੁਹਾਡਾ ਏਦਾਂ ਮਿੱਟੀ ਵਾਂਗੂ ਹੋ ਜਾਣਾ। ਆੜੀ ਇੰਦਰੀਆਂ ਉੱਡਦੀਆਂ ਫਿਰਦੀਆਂ ਨਾ ਜਿਹੜੀਆਂ ਮਿਰਗਾਬੀ ਵਾਂਗੂ, ਇਹ ਸ਼ਾਂਤ ਹੋ ਕੇ ਬਹਿ ਜਾਣਗੀਆਂ। ਕਿਉਂ? ਕਿਉਂਕਿ ਪਰਮ ਸੁੱਖ ਤੁਹਾਨੂੰ ਮਿਲ ਗਿਆ। ਕੌਣ ਮਿਲ ਗਿਆ? ਸੱਚ ਚਿੱਤ ਆਨੰਦ। ਮਨ ਜਿਸ ਚੀਜ਼ ਦੀ ਖੋਜ ਵਿੱਚ ਸੀ ਨਾ, ਉਹ ਮਨ ਨੂੰ ਮਿਲ ਗਈ ਆ। ਉਹਨਾਂ ਚਿਰ ਮਨ ਨਹੀਂ ਜੋ ਛੱਡਦਾ। ਜੇਕਰ ਤੁਸੀਂ ਮਨ ਨੂੰ ਰੋਕੋਗੇ ਨਾ, ਇਹ ਸਪਰਿੰਗ ਆ ਨਿੱਜਰ ਸਾਹਿਬ, ਹੱਥਾਂ ਦਾ ਸਪਰਿੰਗ ਵੇਖਿਆ ਜੋ ਕਿੱਡਾ ਮੋਟਾ ਸਪਰਿੰਗ, ਨੂੰ ਨੱਪੋ ਹਾਂ। ਬਿਲਕੁਲ ਬਿਲਕੁਲ, ਉਹਨੇ ਵਾਪਸ ਆਉਣਾ। ਇਹ ਵੀ ਲੋਕੀ ਕਹੀ ਜਾਂਦੇ ਜੀ ਤੁਸੀਂ ਇਹਨਾਂ ਨੂੰ ਰੋਕ ਲਓ। ਕਿੱਥੋਂ ਰੋਕ ਲੋਗੇ? ਤੁਸੀਂ ਰੋਕ ਸਕਦੇ ਇਹਨਾਂ ਨੂੰ? ਉਹ ਤੇ ਸੂਖਮ ਹੈਗੀ ਸਾਰੀ ਕੁਛ ਸ਼ਕਤੀ। ਉਹ ਤੁਸੀਂ ਰੋਕਿਆ ਹੈ, ਖਤਮ ਨਹੀਂ ਹੋਏ। ਖਤਮ ਹੋਣਾ ਤੇ ਉਹਨੂੰ ਕੰਟਰੋਲ ਕਰਨ 'ਚ ਬੜਾ ਫਰਕ ਹੈ ਜੀ। ਖਤਮ ਜਿਹੜਾ ਹੋਣਾ ਹੈ ਨਾ, ਉਹ ਤੁਹਾਡੇ ਅੰਦਰੋਂ ਆ, ਤੁਹਾਡੀ ਮਨ ਤੋਂ ਹੋਣਾ ਹੈ। ਮਨ ਜਿਹੜਾ ਹੈਗਾ, ਮਨ ਨੂੰ ਜਦ ਭਗਤੀ ਮਿਲ ਗਈ, ਮਨ ਨੇ ਆਟੋਮੈਟਿਕਲੀ ਉਧਰੋਂ ਰੁਚੀ ਛੱਡ ਦੇਣੀ, ਤਿਆਗ ਕਰ ਦੇਣਾ ਉਹਨੇ। ਆਟੋਮੈਟਿਕ ਛੱਡ ਕੇ ਸਾਰਾ ਕੁਝ ਸਾਈਡ ਤੇ ਜੋਗੀ ਹੋ ਜਾਂਦਾ ਹੈ ਮਨ, ਬੜਾ ਵੱਡਾ ਜੋਗੀ। ਇਹਨੂੰ ਫਿਰ ਜੇ ਮਨ ਜੋਗੀ ਹੋ ਗਿਆ, ਫਿਰ ਇਹਨੂੰ ਪਿੱਛੇ ਲਾਉਣਾ ਬੜਾ ਔਖਾ ਹੈ। ਇਹ ਤੋਂ ਪਾਪ ਕਰਾਉਣਾ ਬੜਾ ਔਖਾ ਹੈ। ਤੁਹਾਡੇ ਤੋਂ ਤੁਸੀਂ ਕੀੜੀ ਨਹੀਂ ਮਾਰ ਸਕਦੇ। ਆ ਜਿਹੜੇ ਹੈਗੇ ਨੇ ਗਿਆਨੀ ਸੱਚੇ ਨੇ ਵਿਚਾਰੇ, ਉਹ ਵੀ ਉਹ ਨਹੀਂ ਵਿਚਾਰਾ ਇਹ ਨਹੀਂ ਵੇਂਦਾ ਕਿ ਕੀੜੀ ਤੇ ਮੇਰਾ ਪੈਰ ਨਾ ਆ ਜਾਏ, ਪਰ ਉਹਦੇ ਅੰਦਰ ਇੰਨੀ ਚੇਤਨਾ ਆ ਜਾਂਦੀ ਸੀ ਕਿ ਮਤਲਬ ਮੇਰੇ ਤੋਂ ਕੀੜੀ ਵੀ ਨਾ ਮਰੇ। ਹੁਣ ਲੋਕੀ ਵਿਚਾਰੇ ਹੁਣ ਹੋਰ ਏਦਾਂ ਦੇ ਲੋਕ ਆ ਗਏ ਨੇ, ਨਾ ਝਾੜੂ ਫੜੇ ਨੇ, ਉਹ ਝਾੜੂ ਮਾਰੀ ਜਾਂਦੇ ਕਿ ਸ਼ਾਇਦ ਕੀੜੀ ਏਦਾਂ ਨਾ ਆਵੇ। ਮਤਲਬ ਇਹ ਨਹੀਂ ਕਿ ਨਾ ਕੀੜੀ ਨੂੰ ਬਚਾਇਆ ਵਾ ਜਾਂ ਕੀੜੀ ਦੇ ਪੈਰ ਨਹੀਂ ਰੱਖਿਆ। ਉਹ ਮਤਲਬ ਇੰਨਾ ਪਵਿੱਤਰ ਹੋ ਗਿਆ ਬੰਦਾ, ਉਹਦੇ ਲਈ ਕੀੜੀ ਤੇ ਇਨਸਾਨ ਦੇ ਵਿੱਚ ਸੇਮ ਪਾਵਰ ਆ। ਉਹ ਸਮਝ ਲੈ ਪਿਆ ਕਿ ਮੈਂ ਦੇਖੋ ਇੱਕ ਚੀਜ਼ ਦੇਖੋ, ਤੁਹਾਡੇ ਅੰਦਰ ਜਦੋਂ ਚੇਤਨਾ ਪ੍ਰਗਟ ਹੋ ਗਈ ਨਾ, ਤੇ ਸਭ ਤੋਂ ਵੱਡਾ ਗੁਣ ਪਤਾ ਕਿਹੜਾ ਹੋਣਾ? ਤੁਸੀਂ ਕਿਸੇ ਨੂੰ ਦੁਖੀ ਨਹੀਂ ਕਰ ਸਕਦੇ। ਤੇ ਜੇਕਰ ਤੁਹਾਡੇ ਮਨ 'ਚ ਇੱਛਾ ਪ੍ਰਗਟ ਹੋ ਰਹੀ ਹੈ ਕਿ ਮੈਂ ਦੂਜਿਆਂ ਨੂੰ ਦੁਖੀ ਕਰਾਂ, ਪਰੇਸ਼ਾਨ ਕਰਾਂ, ਫਿਰ ਇਹ ਜੀ ਸਮਝ ਲਓ ਕਿ ਜੇ ਆਪਾਂ ਸਫ਼ਰ 'ਚ ਹੈਗੇ ਪਹੁੰਚ ਗਏ। ਅੱਜ ਨਹੀਂ ਜੈਸਾ ਅੱਗੇ ਜਿਹੜਾ ਹੈਗਾ, ਹਾਂ ਇੱਕ ਚੀਜ਼ ਹੈਗੀ ਆ, ਜਿੱਥੇ ਤੁਹਾਡੇ ਬੱਚੇ ਆ, ਉਹ ਤੁਸੀਂ ਉੱਥੇ ਉਹਨਾਂ ਨੂੰ ਕੋਈ ਗਲਤ ਸਬਕ ਨਹੀਂ ਦੇ ਰਹੇ, ਕਿਉਂਕਿ ਤੁਹਾਡਾ ਜਿਹੜਾ ਮਕਸਦ ਹੈ ਉਹ ਚੰਗਾ। ਉਹ ਇੱਕ ਅਲੱਗ ਚੀਜ਼ ਹੈ। ਦੈਟ ਇਜ਼ ਨੋਟ ਕੰਪੈਲ। ਇਸ ਚੀਜ਼ ਨੂੰ ਇਹ ਚੀਜ਼ ਲਾਗੂ ਨਹੀਂ ਕਰਦੇ। ਸੱਟਣ ਚੀਜ਼ਾਂ ਵਾ ਜਿੱਦਾਂ ਘਰ 'ਚ ਅਨੁਸ਼ਾਸਨ ਆ। ਤੁਸੀਂ ਇਹ ਨਹੀਂ ਕਿ ਉਹਨਾਂ ਨੂੰ ਕੋਈ ਸਜ਼ਾ ਦੇ ਰਹੇ ਹੋ, ਪਰ ਘਰਾਂ 'ਚ ਅਨੁਸ਼ਾਸਨ ਜ਼ਰੂਰੀ। ਕਿ ਨਹੀਂ ਤੁਹਾਡੇ ਰੂਲਸ ਹੋਣਗੇ। ਇਹਦਾ ਨਦੀ ਦੇ ਕਿਨਾਰੇ ਹੁੰਦੇ ਨਾ, ਉਸੇ ਘਰਾਂ ਦੀਆਂ ਮਰਿਆਦਾ ਹੋਣੀਆਂ ਜ਼ਰੂਰੀ। ਕੁਛ ਮਰਿਆਦਾ, ਉਹ ਮਰਿਆਦਾ ਜਿਹੜੇ ਉਹ ਪ੍ਰਿੰਸੀਪਲਸ ਹੁੰਦੇ ਨੇ ਨਿੱਜਰ ਸਾਹਿਬ। ਬਿਲਕੁਲ ਬਿਲਕੁਲ ਸਹੀ ਹੈ ਜੀ। ਉਹ ਸੱਟਣ, ਹਾਂ ਪਲੀਜ਼ ਉਹਨੂੰ ਨਤੀ ਤੇ ਲੈ ਕੇ ਆਉਣਾ। ਉਹ ਤੁਹਾਡੀ ਬੁੱਧੀ ਦਾ ਮਸਲਾ ਹੈ। ਉਹ ਤੁਹਾਨੂੰ ਖੁਦ ਪਤਾ ਹੈ ਮੈਂ ਜੋ ਕਰ ਰਿਹਾ ਉਹ ਕੀ ਸੱਚੀ ਇਹ ਬੈਨੀਫੀਸ਼ੀਅਲ ਆ ਜਾਂ ਇਹ ਮੈਂ ਕਿਸੇ ਦੂਜੇ ਤਰੀਕੇ ਨਾਲ ਕਰ ਰਿਹਾ। ਉਹ ਤੁਹਾਡੀ ਜੱਜਮੈਂਟ। ਮੈਂ ਚਾਹੁੰਦਾ ਕਿ ਤੁਸੀਂ ਪਲੀਜ਼ ਉਹਨੂੰ ਖੁਦ ਕਰੋ। ਉਹ ਮੇਰੇ ਕਹਿਣ ਤੇ ਜਾਂ ਨਿੱਜਰ ਸਾਹਿਬ ਦੇ ਕਹਿਣ ਤੇ ਨਹੀਂ ਜਾਣਾ। ਉਹ ਤੁਹਾਡੀ ਇੱਕ ਛੋਟੀ ਜਿਹੀ ਆਪਣੀ ਸੋਚ ਹੈ, ਉਹ ਤੁਸੀਂ ਉਹਨੂੰ ਲੈ ਕੇ ਚੱਲਣਾ ਕਿ ਜੋ ਮੈਂ ਕਰ ਰਿਹਾ ਇਟ ਇਜ਼ ਰੈਲੀ ਫॉर ਗੁੱਡ ਫॉर ਅਦਰਸ, ਦੂਜਿਆਂ ਲਈ ਚੰਗਾ ਹੈ। ਤੇ ਉਹ ਤੁਸੀਂ ਕਰ ਸਕਦੇ ਜੋ, ਕਿਉਂਕਿ ਜੇਕਰ ਅਸੀਂ ਕਰ ਰਹੇ ਹਾਂ ਤਾਂ ਉਹ 'ਚ ਦੂਜੇ ਦਾ ਭਲਾ ਹੀ ਹੈ। ਹੁਣ ਡਾਕਟਰ ਆ, ਇੱਕ ਬੰਨੇ ਜੇ ਮੈਂ ਕਿਸੇ ਦੀ ਬਾਂਹ ਵੜਦਾ ਨਿੱਜਰ ਸਾਹਿਬ, ਮੈਂ ਸਜ਼ਾ ਦਾ ਹੱਕਦਾਰ ਆ, ਪਰ ਡਾਕਟਰ ਬਾਂਹ ਵੜ ਦਿੰਦਾ, ਲੱਤ ਵੀ ਵੜ ਦਿੰਦਾ ਵਾ। ਕਿਉਂ ਵੜ ਦਿੰਦਾ ਵਾ? ਕਿਉਂਕਿ ਉਹਨੂੰ ਪਤਾ ਹੈ ਕਿ ਇਹਦੀ ਮੌਤ ਹੋ ਜਾਣੀ। ਬਿਲਕੁਲ, ਉੱਥੇ ਡਾਕਟਰ ਨੂੰ ਸਜ਼ਾ ਨਹੀਂ ਮਿਲੇ। ਆਪ ਪਲੀਜ਼ ਸਮਝ ਕੇ ਮੇਰੀ ਗੱਲ, ਦੂਜੇ ਦਾ ਭਲਾ, ਤੇ ਉੱਥੇ ਫਿਰ ਉਹ ਜਿਹੜਾ ਨਿਯਮ ਚੇਂਜ ਹੋ ਜਾਂਦਾ। ਓਦਾਂ ਮੈਂ ਕਿਸੇ ਦੀ ਲੱਤ ਵੱਢੂ, ਬਾਂਹ ਵੱਢੂ, ਉਂਗਲ ਵੱਢੂ, ਮੈਨੂੰ ਪੂਰੀ ਸਜ਼ਾ ਮਿਲੂਗੀ। ਉਹ ਅਪੈਂਡਿਕਸ ਬਾਹਰ ਕੱਢ ਕੇ ਰੱਖ ਦਿੰਦਾ ਹੈ। ਹੋ ਸਕਦਾ ਹੈ ਇੱਕ ਕਿਡਨੀ ਵੀ ਕੱਢ ਕੇ ਬਾਹਰ ਸੁੱਟ ਦੇ। ਆਪਾਂ ਕੱਢਾਂਗੇ ਤੇ ਕੁਛ ਹੋਰ ਹੋ ਜਾਣਾ, ਪਰ ਉਹ ਕੱਢਦਾ ਹੈ ਉਹਦਾ ਜਿਹੜਾ ਮਕਸਦ ਹੈ ਉਹ ਕਿ ਦੂਜੇ ਦੀ ਹੈਲਪ ਕਰਨਾ, ਜਿੰਦਾ ਰੱਖਣਾ। ਹਾਂਜੀ ਨਿੱਜਰ ਸਾਹਿਬ ਅੱਗੇ ਚਲੀਏ। ਤੇ ਫਰੀਦ ਜੀ ਹੁਣ ਕਹਿੰਦੇ ਆ ਭਾਈ ਦੇਖ ਤੂੰ ਦੁਨੀਆ ਦੇ ਵਿੱਚ ਆਇਆ ਹੈ ਨਾ, ਤੇ ਤੂੰ ਸੋਚਦਾ ਹੈ ਵੀ ਮੈਂ ਜਿਹੜਾ ਹੈਗਾ ਐਵੇਂ ਹੀ ਜਿਹੜਾ ਹੈਗਾ ਆ ਭੋਗ ਦੁਨੀਆ ਦੇ ਪਦਾਰਥ ਜਿਹੜੇ ਹੈਗੇ, ਦੁਨੀਆ ਦੇ ਰਸ ਡੱਡੀਆਂ ਜਿਹੜੀਆਂ ਹੈਗੀਆਂ, ਮੱਛੀਆਂ ਐਵੇਂ ਹੀ ਫੜਦੇ ਰਹਿਣਾ ਹੈ, ਇਹ ਸਰੀਰ ਐਵੇਂ ਹੀ ਰਹਿਣਾ ਹੈ ਮੇਰਾ। ਤੇ ਐਵੇਂ ਤਾਂ ਹੋਣਾ ਨਹੀਂ ਹੈ ਭਾਈ। ਦੇਖ ਲਾ ਵੀ ਦੁਨੀਆ ਦੇ ਵਿੱਚ ਮੌਸਮ ਦੇਖ ਲਾ ਵੀ ਸਾਰੇ, ਕਦੀ ਜਿਹੜਾ ਬਰਸਾਤ ਹੁੰਦੀ ਹੈ, ਕਦੀ ਗਰਮੀ ਹੁੰਦੀ ਹੈ, ਕਦੀ ਸਰਦੀ ਹੁੰਦੀ ਹੈ, ਕਦੀ ਪਤਝੜ ਹੁੰਦੀ ਹੈ। ਮੌਸਮ ਤਾਂ ਬਦਲਦਾ ਹੈ ਪਿਆਰਿਆ, ਤੇਰਾ ਵੀ ਮੌਸਮ ਬਦਲ ਜਾਣਾ ਹੈ। ਫਰੀਦਾ ਰੁੱਤ ਫਿਰੀ ਵਣ ਕੰਬਿਆ, ਪੱਤ ਝੜੇ ਚੜ ਪਾਹੇ। ਬਸ ਕਹਿੰਦੇ ਹੁਣ ਆ ਗਿਆ ਕਾਂਬੇ ਵਾਲੀ ਰੁੱਤ ਆ ਗਈ ਭਾਈ, ਪਤਝੜ ਆ ਗਈ। ਹੁਣ ਤੇਰੇ ਜਿਹੜੇ ਹੈਗੇ ਅੱਖਾਂ, ਕੰਨ, ਨੱਕ, ਹੱਥ ਜਵਾਬ ਦੇ ਗਏ। ਹੁਣ ਤੁਰਨਾ ਵੀ ਮੁਸ਼ਕਿਲ ਹੋ ਗਿਆ। ਅੱਖਾਂ ਤੋਂ ਦਿਸਦਾ ਨਹੀਂ, ਕੰਨਾਂ ਤੋਂ ਸੁਣਦਾ ਨਹੀਂ ਹੈ ਭਾਈ।
ਚਾਰੇ ਕੁੰਡਾਂ ਢੂੰਡੀਆਂ ਰਹਿਣ ਕਿਥਾਉ ਨਾਹੇ। ਹੁਣ ਨਹੀਂ ਭਾਈ, ਹੁਣ ਤੂੰ ਜਿਹੜਾ ਮਰਜ਼ੀ ਡਾਕਟਰ ਵੈਦ ਜਿਹਨੂੰ ਮਰਜ਼ੀ ਜਿਹੜਾ ਲੁਕਮਾਨ ਨੂੰ ਬੁਲਾ ਲਾ, ਚਾਹੇ ਜਿਹੜਾ ਹੈਗਾ ਇਹਨਾਂ ਦਾ ਜਿਹੜਾ ਹੈ ਇੱਕ ਹੋਰ ਹੈਗਾ ਉਹ ਵੈਦਰਾਜ ਜਿਹੜਾ ਹੈਗਾ ਧਨਵੰਤਰੀ, ਉਹਨੂੰ ਬੁਲਾ ਲਾ ਭਾਈ, ਤੂੰ ਹੁਣ ਨਹੀਂ ਰੁਕ ਸਕਦਾ ਤੂੰ ਇੱਥੇ। ਚਾਰੇ ਕੁੰਡਾਂ ਢੂੰਡੀਆਂ ਰਹਿਣ ਕਿਥਾਉ ਨਾਹੇ। ਇਹ ਜਿਹੜਾ ਹੈਗਾ ਇਸ ਕਰਕੇ ਭਾਈ ਇਹ ਸਰੀਰ ਮਿਲਿਆ ਆ, ਜਦ ਟਾਈਮ 'ਤੇ ਜਿਹੜਾ ਹੈਗਾ ਆਪਣਾ ਕੰਮ ਕਰ ਲਾ ਜਿਹਦੇ ਵਾਸਤੇ ਤੂੰ ਦੁਨੀਆ ਦੇ ਵਿੱਚ ਆਇਆ ਹੈ। ਹਾਂਜੀ ਵੀਰ ਜੀ। ਹਾਂਜੀ, ਉਹ ਕਹਿ ਰਹੇ ਨੇ ਜੀ ਜਿੱਦਾਂ ਰੁੱਤ ਆਈ ਫਿਰ ਪੱਤਝੜ ਆਉਂਦੀ ਹੈ, ਆਪਣੇ ਵੀ ਪੱਤੇ ਝਾੜੀ ਜਾਣੇ, ਆਪਣੇ ਵੀ ਪੱਤੇ ਝੜ ਜਾਣੇ ਗੁਰਕੀ ਸਾਹਿਬ, ਫਿਰ ਸਭ ਕੁਝ ਝੜ ਜਾਣਾ। ਤੇ ਫਿਰ ਕਹਿੰਦੇ ਆ ਕਿਤੇ ਜੇ ਪੱਤਝੜ ਆਈ ਨਾ ਤੇ ਸੱਜਣਾ ਤੇਰੀ ਮਸ਼ੀਨ ਜਿਹੜੀ ਨਾ ਨਵੀਂ ਨਹੀਂ ਬਣ ਸਕਦੀ, ਇਹ ਮਸ਼ੀਨ ਤੇ ਖਤਮ ਹੋ ਜਾਣੀ। ਦੇਖ ਲਓ ਉਦੋਂ ਤੇ ਚਲੋ ਉਹਨਾਂ ਕੋਲ ਨੇ ਸੋਰਸ ਨਹੀਂ ਸਨ, ਮੰਨਿਆ ਉਸ ਟਾਈਮ ਤੇ ਟੈਕਨੋਲੋਜੀ ਨਹੀਂ ਸੀ। ਹੁਣ ਕਿੰਨੀ ਟੈਕਨੋਲੋਜੀ, ਜਦੋਂ ਸਰੀਰ ਇੱਕ ਪ੍ਰੋਸੈਸ ਦੇ ਵਿੱਚ ਤੁਰ ਪੈਂਦਾ ਹੈ ਫਿਰ ਕੋਈ ਸਾਇੰਸ ਉਹਨੂੰ ਰੋਕ ਨਹੀਂ ਸਕਦੀ। ਜਿੰਨੀ ਮਰਜ਼ੀ ਟੈਕਨੋਲੋਜੀ ਆ ਜੇ ਉਹ ਕੇਵਲ ਬਾਹਰੀ ਲੈਵਲ ਤੇ ਥੋੜਾ ਬਹੁਤਾ ਕਰ ਸਕਦੀ ਹੈ। ਹੁਣ ਮੈਂ ਚੱਲਦਾ ਮੈਂ ਬਹਿਨਾ, ਮੈਨੂੰ ਪਤਾ ਲੱਗਦਾ ਸਰੀਰ 'ਚ ਵੀਕਨੈਸ ਆ ਰਹੀ ਹੈ, ਉਨੀ ਜਵਾਨੀ ਨਹੀਂ ਰਹਿ ਗਈ, ਨਾ ਹੀ ਮੇਰੇ ਸਰੀਰ 'ਚ ਉਨੀ ਸ਼ਕਤੀ ਆ ਮੈਂ ਜੋ ਮਰਜ਼ੀ ਖਾ ਲਾਂ। ਹੁਣ ਮੈਂ ਕਾਫੀ ਟਾਈਮ ਹੋ ਗਿਆ ਪਰੌਂਠੇ ਖਾਣੇ ਬੰਦ ਕਰਤੇ। ਕਿਉਂ ਕਰਤੇ? ਪਤਾ ਇੱਕ ਸਰੀਰ ਦੇ ਅੰਦਰ ਨਹੀਂ ਸ਼ਕਤੀ, ਇਹ ਨਹੀਂ ਖਾ ਸਕਦਾ ਫੂਡ। ਇੱਕ ਟਾਈਮ ਸੀ ਲੋਹਾ ਖਾ ਲਈਦਾ ਸੀ, ਉਹ ਵੀ ਪਚ ਜਾਂਦਾ ਸੀ, ਪਰ ਹੁਣ ਨਹੀਂ ਬਚੇਗਾ। ਆਪਣੇ ਆਪ ਨੂੰ ਬਦਲਣਾ ਪਵੇਗਾ। ਇਸੇ ਕਰਕੇ ਜ਼ਿੰਦਗੀ 'ਚ ਜਿਹੜੀ ਚੀਜ਼ ਸਾਡੇ ਲਈ ਨਹੀਂ ਚੰਗੀ ਸਾਨੂੰ ਉਹਦਾ ਤਿਆਗ ਕਰ ਦੇਣਾ ਚਾਹੀਦਾ। ਨਹੀਂ ਤੇ ਫਿਰ ਕੀ ਹੋਊਗਾ? ਸਮਾਂ ਆਊਗਾ ਸਾਡੇ ਤੋਂ ਜ਼ਬਰਦਸਤੀ ਤਿਆਗ ਕਰਾਵੇਗਾ, ਫਿਰ ਉਹ ਚੰਗੀ ਚੀਜ਼। ਇਸੇ ਕਰਕੇ ਕਹਿੰਦੇ ਆ ਕਿ ਸਮੇਂ ਦੇ ਅਨੁਸਾਰ ਚੱਲੋ, ਹਰ ਕੰਮ ਨੂੰ ਸਹੀ ਤਰੀਕੇ ਨਾਲ ਕਰੋ, ਕਿਉਂਕਿ ਤੇਰੇ ਸਰੀਰ ਤੇ ਜਦੋਂ ਪੱਤਝੜ ਆਏਗੀ ਨਾ ਫਿਰ ਮੁਸ਼ਕਿਲ ਹੋ ਜਾਣੀ ਹੈ ਯਾਰ, ਕਾਫੀ ਮੁਸ਼ਕਿਲ ਹੋ ਜਾਣੀ ਹੈ। ਨਵੀਂ ਮਸ਼ੀਨ ਹੈ ਭਾਜੀ, ਤੁਸੀਂ ਕਾਫੀ ਸਫ਼ਰ ਕਰ ਸਕਦੇ ਜੋ। ਹੁਣ ਪੁਰਾਣੀ ਮਸ਼ੀਨ ਦੇ ਦਿਓ ਮੈਨੂੰ, ਉਹ 'ਚ ਕਿੰਨੀ ਪ੍ਰੋਬਲਮਸ ਹੈਗੀਆਂ। ਤੁਹਾਡੇ ਸਰੀਰ ਦੇ ਵਿੱਚ ਕਈ ਔਗਣ ਪੈਦਾ ਹੋ ਜਾਣੇ ਆ, ਰੋਗ ਪੈਦਾ ਹੋ ਜਾਣੇ ਆ। ਮੈਂ ਬੈਠਾ ਮੈਂ ਮੈਡਮ ਆਪਣੀ ਨੂੰ ਕਹਿਣ ਦਿਆ, ਮੈਂ ਗੁਰਬੀਰ ਮੇਰੇ ਹਿਸਾਬ ਨਾਲ 5-6 ਘੰਟੇ ਕੇਵਲ ਅਸੀਂ ਇਹੋ ਹੀ ਕੰਮ ਕਰਦੇ ਹਾਂ, ਆਪਣੇ ਸਰੀਰ ਦੀ ਸਫਾਈ, ਇਹ ਸਰੀਰ ਦੇ ਕੱਪੜੇ ਧੋਣੇ, ਇਹ ਘਰ ਨੂੰ ਧੋਣਾ, ਇਹ ਆ ਜੁੱਤੀਆਂ ਸਾਫ਼ ਕਰੀ ਜਾਓ, ਪ੍ਰੈਸ ਕਰੀ ਜਾਓ, ਰੋਟੀ ਬਣਾ ਲਈ ਆ ਸਵੇਰ ਦੀ ਬਣਾਈ ਤੇ ਦੁਪਹਿਰ ਦੀ ਕਿੱਦਾਂ ਬਣਾਉਣੀ ਹੈ, ਦੁਪਹਿਰ ਦੀ ਬਣਾਈ ਤੇ ਸ਼ਾਮ ਦੀ ਕਿੱਦਾਂ ਬਣਾਉਣੀ। ਸਾਰਾ ਦਿਨ ਮੈਂ ਇਸੇ ਕੰਮ 'ਚ ਨਿਕਲ ਜਾਂਦਾ ਨਿੱਜਾ ਸਾਹਿਬ। ਮੇਨਟੇਨੈਂਸ ਜੌਬ, ਓਨਲੀ ਮੇਨਟੇਨੈਂਸ ਵਿੱਚ ਕੰਮ ਵੀ ਕਰਨ ਜਾਣਾ। ਸੋ ਕਹਿਣ ਤੋਂ ਭਾਵ ਆ। ਹਾਂਜੀ ਨਿੱਜਾ ਸਾਹਿਬ ਅੱਗੇ ਚੱਲੀਏ। ਹਾਂ, ਫਰੀਦਾ ਪਾੜ ਪਟੋਲਾ ਤੱਜ ਕਰੀ ਕੰਬਲੜੀ ਪਹਿ ਰਿਓ। ਫਰੀਦ ਜੀ ਕਹਿੰਦੇ ਭਾਈ ਹੁਣ ਪਤਾ ਲੱਗ ਗਿਆ ਵੀ ਮੈਂ ਤਾਂ ਜਿਹੜਾ ਕੰਮ ਕਰਨਾ ਮੈਂ ਪਟੋਲਾ ਕਹਿੰਦੇ ਆ, ਪੱਟ ਕਹਿੰਦੇ ਆ ਰੇਸ਼ਮ ਨੂੰ। ਕਹਿੰਦੇ ਮੈਂ ਆ ਜਿਹੜੇ ਦੁਨੀਆ ਦੇ ਜਿਹੜੇ ਹੈਗੇ ਭੋਗ ਵਿਲਾਸ ਔਰ ਜੋ ਦੁਨੀਆ ਦੇ ਜਿਹੜੇ ਹੈਗੇ ਵਧੀਆ ਜਿਹੜੇ ਹੈਗੇ ਕੱਪੜੇ ਕੁੱਪੜੇ ਸਾਰੇ ਜਿਹੜੇ ਹੈਗੇ ਇਹਨਾਂ ਨੂੰ ਕਹਿੰਦੇ ਭਰੇ ਸੁੱਟਾਂ ਮੈਂ, ਅਤੇ ਕੰਬਲ ਹੀ ਪਾ ਲਾਂ, ਬਿਲਕੁਲ ਮਿਨੀਮਮ ਦੇ ਉੱਤੇ ਆ ਜਾ ਜਿੰਨੀ ਕੁ ਸਰੀਰ ਨੂੰ ਡਿਮਾਂਡ ਹੈਗੀ ਆ ਭਾਈ। ਫਰੀਦਾ ਪਾੜ ਪਟੋਲਾ ਤੱਜ ਕਰੀ ਕੰਬਲੜੀ ਪਹਿ ਰਿਓ, ਮੈਂ ਪਹਿਨ ਲਵਾਂ ਕਿਉਂ? ਜਿੰਨੀ ਵੇਸੀ ਸ਼ੌ ਮਿਲੈ ਸਹੀ ਵੇਸ਼ ਕਰਿਓ। ਕਹਿੰਦੇ ਮੇਰਾ ਮਕਸਦ ਤਾਂ ਆਪਣੀ ਆਤਮਾ ਨੂੰ ਜਾਣਨਾ ਹੈ, ਆਤਮ ਯਾਤਰਾ ਹੈਗੀ, ਮਾਲਕ ਨੂੰ ਮਿਲਣਾ ਹੈ, ਪਤੀ ਨੂੰ ਮਿਲਣਾ ਹੈ। ਮੈਂ ਜਿਸ ਤਰੀਕੇ ਦੇ ਨਾਲ ਉਹ ਮਿਲਦਾ ਹੈ ਮੈਂ ਤਾਂ ਉਹ ਜਿਹਾ ਵੇਸ ਕਰਾਂ, ਉਹ ਕੰਮ ਕਰਾਂ ਜਿਹਦੇ ਨਾਲ ਮਾਲਕ ਮਿਲਦਾ ਹੈ ਮੈਨੂੰ, ਮੈਂ ਧਿਆਨ ਸਿਮਰਨ ਕਰਾਂ। ਅਤੇ ਅੱਗੇ ਤੀਸਰੀ ਪਾਤਸ਼ਾਹੀ ਦਾ ਸ਼ਲੋਕ ਲੱਗਿਆ ਹੋਇਆ ਹੈ, ਉਹਦੇ ਵਿੱਚ ਜਿਹੜਾ ਹੈਗੇ ਮਹਾਰਾਜ ਜਿਹੜੇ ਹੈਗੇ ਇਹਨੂੰ ਖੋਲ੍ਹਦੇ ਆ ਫਰੀਦ ਜੀ ਦੀ ਗੱਲ ਨੂੰ। ਜਿਹੜਾ ਫਰੀਦ ਜੀ ਨੇ ਕਿਹਾ ਬਈ ਪਾੜ ਪਟੋਲਾ ਜਿਹੜਾ ਹੈਗਾ ਮੈਂ ਜਿਹੜੇ ਹੈਗੇ ਅਮੀਰ ਜਿਹੜੀ ਅਮੀਰੇ ਪੁਣੇ ਨੂੰ ਛੱਡ ਕੇ ਮੈਂ ਜਿਹੜਾ ਹੈਗਾ ਗਰੀਬੀ ਦੇ ਵਿੱਚ ਰਵਾਂ ਪਾਈ। ਅਤੇ ਇਸ ਨੂੰ ਮਹਾਰਾਜ ਨੇ ਜਿਹੜਾ ਹੈਗਾ ਇਹ ਤੀਸਰੀ ਪਾਤਸ਼ਾਹੀ ਨੇ ਖੋਲ੍ਹਿਆ। ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ, ਨਾਨਕ ਘਰੀ ਬੈਠਿਆਂ ਸ਼ੌ ਮਿਲੇ ਜੇ ਨੀਅਤ ਰਾਸ ਕਰੇ। ਮਹਾਰਾਜ ਕਹਿੰਦੇ ਆ ਭਈ ਕਿਉਂ ਕੰਬਲ ਹੀ ਪਹਿਨ, ਪਟੋਲਾ ਜਿਹੜਾ ਜੋ ਮਾਲਕ ਨੇ ਜੇ ਅਮੀਰ ਰੱਖਿਆ ਹੈ ਅਮੀਰੀ ਛੱਡਣ ਦੀ ਕੀ ਲੋੜ ਆ। ਕਹਿੰਦੇ ਭਾਈ ਆਪਣੇ ਜਿਹੜੇ ਹੈਗੇ ਨੀਅਤ ਸਹੀ ਕਰ, ਆਪਣੇ ਅੰਦਰੋਂ ਅਵਗੁਣ ਦੂਰ ਕਰ, ਸਹੀ ਨੀਤ ਰੱਖ। ਠੱਗੀ ਠੋਰੀ, ਕਿਸੇ ਦਾ ਦਿਲ ਦੁਖਾਉਣਾ, ਕਿਸੇ ਨੂੰ ਲੁੱਟਣਾ, ਕਹਿੰਦੇ ਇਹ ਕੰਮ ਛੱਡ ਦੇ।
ਕਾਹੇ ਪਟੋਲਾ ਪਾੜਤੀ, ਕੰਬਲੜੀ ਪਹਿਰੇ ਕਿਉਂ? ਨਾਨਕ ਘਰ ਹੀ ਬੈਠਿਆਂ ਸ਼ੌ ਮਿਲੈ, ਜਿੰਨੀ ਇਤਰਾਸ ਕਰੇ। ਕਹਿੰਦੇ ਘਰ ਦੇ ਅੰਦਰ ਹੀ ਭਾਈ, ਇਸੇ ਜਿੱਥੇ ਮਾਲਕ ਨੇ ਰੱਖਿਆ ਹੈ ਉਹਦੇ ਵਿੱਚ ਹੀ ਜੇ ਤੂੰ ਭਗਤੀ ਕਰਨ ਲੱਗ ਜਾਏ, ਧਿਆਨ ਸਿਮਰਨ ਕਰਨ ਲੱਗ ਜਾਏ ਔਰ ਆਪਣੀ ਜਿਹੜੀ ਹੈਗੀ ਨੀਅਤ ਸਹੀ ਰੱਖੇ, ਤੇ ਮਾਲਕ ਪਰਮਾਤਮਾ ਐਸੇ ਤਰੀਕੇ ਦੇ ਨਾਲ ਇਹ ਅਮੀਰੀ ਦੇ ਵਿੱਚ ਵੀ ਮਾਲਕ ਮਿਲ ਜਾਂਦਾ ਹੈ। ਹਾਂਜੀ ਵੀਰ ਜੀ। ਹਾਂਜੀ, ਫਿਰ ਨੁਕਤੇ ਦੀ ਗੱਲ ਕੀਤੀ ਹੈ ਜੀ, ਜਿਹੜੀ ਗੱਲ ਆਪਾਂ ਪਹਿਲਾਂ ਚਲਾਉਂਦੇ ਆ। ਤਿਆਗ ਕਰਨਾ ਤੇ ਤਿਆਗ ਹੋ ਜਾਣਾ, ਇਹ ਦੋ ਅਲੱਗ-ਅਲੱਗ ਚੀਜ਼ਾਂ। ਤਿਆਗ ਕਰਨਾ ਉਹ ਮੈਂ ਕਰਦੇ ਆ, ਕਹਿਣ ਤੋਂ ਭਾਵ ਹੈ ਭੁੱਖ ਲੱਗੀ ਮੈਂ ਰੋਟੀ ਨਹੀਂ ਖਾਧੀ, ਉਹ ਇੱਕ ਬਹੁਤ ਛੋਟੇ ਲੈਵਲ ਦੀ ਗੱਲ ਆ। ਮੇਰੇ ਛੱਡਣ ਦੇ ਨਾਲ ਭੁੱਖ ਨਹੀਂ ਜੋ ਖਤਮ ਹੋਣੀ, ਓਨੀ ਜ਼ਿਆਦਾ ਮੈਨੂੰ ਭੁੱਖ ਲੱਗੇਗੀ। ਓਦਾਂ ਇਹ ਆ ਕਿ ਤੁਸੀਂ ਆਪਣੇ ਆਪ ਨੂੰ ਤਰਸਾਇਆ ਨਾ ਕਰੋ, ਥੋੜਾ ਬਹੁਤਾ ਖਾ ਲਿਆ ਕਰੋ। ਤੇ ਜੇਕਰ ਤੁਸੀਂ ਮਨ ਨੂੰ ਕਹਿੰਦੇ ਕਿ ਨਹੀਂ ਖਾਣਾ, ਫਿਰ ਵੇਖਿਓ, ਫਿਰ ਮਨ ਨੇ ਕਹਿਣਾ ਕਿ ਉਹ ਲਿਆ। ਤੁਹਾਡਾ ਚਿੱਤ ਚੁੱਤ, ਤੁਹਾਡਾ ਸਰੀਰ ਨੇ ਰੌਲਾ ਪਾ ਦੇਣਾ ਬਈ ਰੋਟੀ ਕਿੱਥੇ ਆ। ਹਾਂ, ਨਹੀਂ ਖਾਧੀ ਤੇ ਸਾਰਾ ਦਿਨ ਨਹੀਂ ਖਾਧੀ, ਉਹ ਗੱਲ ਵੱਖਰੀ। ਪਰ ਜਿੱਦਾਂ ਤੁਸੀਂ ਕਲੇਮ ਕਰ ਲਿਆ ਨਾ ਕਿ ਅੱਜ ਨਹੀਂ ਖਾਣੀ, ਫਿਰ ਵੇਖੋ ਕੌਣ ਮਾਲਕ ਆ। ਤੁਹਾਡੇ ਸਰੀਰ ਨੇ ਕਹਿਣਾ ਮਾਲਕ ਮੈਂ ਵਾਂ, ਤੂੰ ਕੌਣ ਹੁੰਦਾ ਫੈਸਲਾ ਕਰਨ ਵਾਲਾ? ਰੋਟੀ ਨਹੀਂ ਅੱਜ ਖਾਣੀ, ਲਿਆਓ ਰੋਟੀ ਅਸੀਂ ਖਾਣੀ ਆ। ਵੇਖਿਓ ਤੁਹਾਨੂੰ ਸਮੈਲਾਂ ਕਿੱਦਾਂ ਚੜ੍ਹਦੀਆਂ, ਤੁਸੀਂ ਐਨ ਮੱਖੀ ਨੂੰ ਭੀ ਕਰਦੇ ਫਿਰਨਾ, ਸਾਰਾ ਦਿਨ ਤੁਹਾਡਾ ਰਾਸ਼ਨ ਚ ਉੱਥੇ ਹੀ ਲੰਘ ਜਾਣਾ। ਤੇ ਨਹੀਂ ਖਾਓਗੇ ਤੇ ਉਹ ਗੱਲ ਵੱਖਰੀ ਆ, ਪਰ ਤੁਸੀਂ ਕਲੇਮ ਨਹੀਂ ਕਰਨਾ। ਇਹਦੇ ਅੱਗੇ ਕਹਿ ਰਹੇ ਨੇ ਕਿ ਕਹਿੰਦੇ ਆ ਕਿ ਮੈਂ ਜਿਹੜੀ ਸੁੱਖ ਸਹੂਲਤਾਂ ਜਿਹੜੀਆਂ ਇਹਨਾਂ ਦਾ ਤਿਆਗ ਕਰਦਾ, ਤੇ ਕਹਿੰਦੇ ਆ ਕਿ ਬਈ ਮੈਂ ਇੱਕ ਸਿੰਪਲ ਜੀਵਨ ਬਤੀਤ ਕਰਾਂਗਾ। ਤੇ ਫਿਰ ਉਹ ਗੱਲ ਫਿਰ ਉੱਥੇ ਉਹ ਗੁੱਡੂ ਜੀ ਫਿਰ ਸਮਝਾ ਰਹੇ ਨੇ ਕਿ ਬਈ ਤੈਨੂੰ ਤਿਆਗ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਤਿਆਗ ਤੇਰੇ ਤਨ ਦਾ ਨਹੀਂ, ਤੇਰੇ ਮਨ ਦਾ ਵਾ। ਤਿਆਗ ਜਿਹੜਾ ਇੱਕ ਮਨ ਤੋਂ ਕਰਨਾ, ਇੱਕ ਤਨ ਤੋਂ ਕਰਨਾ, ਦੋਨੋਂ ਅਲੱਗ ਅਵਸਥਾਵਾਂ ਹੈਗੀਆਂ। ਬੰਦ ਕਰ ਦੇ ਬੂਆ। ਤੇ ਜਿਹੜਾ ਮਨ ਦਾ ਤਿਆਗ ਆ ਉਹ ਸਭ ਤੋਂ ਮਹੱਤਵ ਹੈ, ਪੂਰਨ ਹੈ। ਦੇਖੋ ਜਿਹੜਾ ਰਾਜਾ ਜਨਕ ਸੀ ਨਾ, ਹੈ ਉਹ ਰਾਜਾ ਸੀ, ਪਰ ਉਹ ਤਨ ਦਾ ਨਹੀਂ, ਉਹ ਮਨ ਦਾ ਤਿਆਗੀ ਸੀ। ਮਨ ਦਾ ਤਿਆਗੀ ਹੋਣਾ ਹੈ, ਔਰ ਮਨ ਦਾ ਤਿਆਗੀ ਭਗਤੀ ਦੇ ਬਿਨਾਂ ਨਹੀਂ ਹੋ ਸਕਦਾ। ਜਿਹੜੇ ਤਨ ਦੇ ਤਿਆਗੀ ਹੈ ਨਾ, ਉਹ ਫਿਰ ਉਹ ਕਹਿੰਦੇ ਨੇ ਬਾਣੀ ਚ, ਕਹਿੰਦੇ ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ। ਉਹ ਤਨ ਦੇ ਤਿਆਗੀ ਨੇ ਵਿਚਾਰੇ, ਉਹ ਮੇਰੇ ਵਰਗੇ ਜਗ੍ਹਾ ਚ ਭੱਜ ਜਾਂਦੇ ਆ। ਉਹ ਕਹਿੰਦੇ ਜਿੱਥੇ ਤੂੰ ਆ ਗਿਆ ਮਨ ਤੇ ਤੇਰਾ ਨਾਲ ਹੈ, ਇਹਦੇ ਵਿੱਚ ਸੰਸਾਰ ਹੈ। ਇਹਨੇ ਮੈਗਨੀਫਾਈ ਕਰਨਾ ਦਾ ਚੀਜ਼ ਨੂੰ। ਮੈਗਨੀਫਾਈ ਦਾ ਮਤਲਬ ਹੁੰਦਾ ਸਾਧ ਸੰਗਤ ਜੀ, ਇੱਕ ਵੱਡਾ ਜਿਹਾ ਗਲਾਸ ਹੁੰਦਾ, ਉਹਦੇ ਵਿੱਚ ਚੀਜ਼ਾਂ ਬੜੀਆਂ ਵੱਡੀਆਂ ਵੱਡੀਆਂ ਦਿਖਦੀਆਂ, ਹੁੰਦੀ ਚੀਜ਼ ਨਿੱਕੀ ਜੀ। ਤੇ ਜਦੋਂ ਆਪਾਂ ਤਨ ਦੇ ਨਾਲ ਤਿਆਗ ਕਰਦੇ, ਫਿਰ ਮਨ ਗਲਾਸ ਲਾ ਕੇ ਨਾ ਵੱਡਾ ਉਹਨੂੰ ਬੜੀ ਵੱਡੀ ਫੋਟੋ ਕਰ ਦਿੰਦਾ, ਨਿੱਕੀ ਜਿਹੀ ਕੀੜੀ ਨੂੰ ਹਾਥੀ ਜਿੱਡਾ ਬਣਾ ਦਿੰਦਾ। ਸੋ ਇਸ ਕਰਕੇ ਆਪਾਂ ਮਨ ਤੋਂ ਤਿਆਗ ਕਰਨਾ, ਤਨ ਤੋਂ ਨਹੀਂ ਕਰਨਾ। ਗੁਰੂ ਜੀ ਅੱਗੇ ਨਾ ਇਸੇ ਕਰਕੇ ਆਪਾਂ ਸਮਝਾ ਰਹੇ ਨੇ ਕਿ ਬਈ ਜਦੋਂ ਤੇਰੀ ਨੀਅਤ ਸੱਚੀ ਹੈ ਨਾ, ਤੇ ਸੱਜਣਾ ਤੈਨੂੰ ਕੋਈ ਚੀਜ਼ ਨਹੀਂ ਪਰੇਸ਼ਾਨ ਕਰ ਸਕਦੀ। ਨੀਅਤ ਬਹੁਤ ਪਾਵਰਫੁਲ ਚੀਜ਼ ਹੈ। ਜਦੋਂ ਨੀਅਤ ਆਪਣੀ ਸਹੀ ਹੋ ਗਈ ਨਾ, ਭਗਤੀ ਤੋਂ ਬਿਨਾਂ ਨੀਅਤ ਨਹੀਂ ਜੋ ਸਹੀ ਹੋਣੀ। ਬੰਦਾ ਕਹਿੰਦਾ ਨਾ, ਉਹ ਕਹਿੰਦਾ ਬੰਦਾ ਮੇਰੇ ਵਰਗਾ, ਕਹਿੰਦਾ ਸਰ ਜੀ ਢਿੱਡ ਤੇ ਭਰ ਗਿਆ ਪਰ ਮੇਰੀ ਨੀਅਤ ਨਹੀਂ ਰੱਜੀ। ਨੀਅਤ ਕੁਝ ਬੜੀ ਪਾਵਰਫੁਲ ਚੀਜ਼ ਹੈ। ਢਿੱਡ ਤੇ ਵਿਚਾਰੇ ਤੇ 5 ਰੋਟੀਆਂ ਪੈਣੀਆਂ, ਮੇਰੇ ਕੋਲ 10 ਖਾ ਲਓ, ਢਿੱਡ ਤੇ ਭਰ ਜਾਣਾ। ਕਹਿੰਦਾ ਢਿੱਡ ਭਰ ਗਿਆ ਪਰ ਮੇਰੀ ਨੀਅਤ ਨਹੀਂ ਰੱਜੀ। ਇਹ ਜਿਹੜੇ ਲੋਕ ਬਾਹਰ ਭਟਕਦੇ ਫਿਰਦੇ ਨੇ, ਪੈਸਾ ਕਰਦੇ ਫਿਰਦੇ ਨੇ, ਹੋਰ ਵੱਡੇ ਬਣਨਾ, ਹੋਰ ਵੱਡੇ ਬਣਨਾ, ਇਹ ਸਭ ਨੀਅਤ ਹੈ ਇਹਨਾਂ ਦੀ। ਇਹਨਾਂ ਦੀ ਨੀਅਤ ਨਹੀਂ ਰੱਜ ਰਹੀ। ਕਿਉਂ ਨਹੀਂ ਰੱਜ ਰਹੀ? ਕਿਉਂਕਿ ਇਹ ਸੰਸਾਰ ਦੇ ਵੱਲ ਭੱਜ ਰਹੇ ਨੇ। ਔਰ ਸੰਸਾਰ ਤੇ ਤੁਹਾਨੂੰ ਪਤਾ ਹੀ ਹੈ, ਸੰਸਾਰ ਤੇ ਅੱਗੇ ਅੱਗੇ ਹੋਰ ਅੱਗੇ, ਇਹਦਾ ਤੇ ਐਂਡ ਕੋਈ ਨਹੀਂ। ਔਰ ਇੱਥੇ ਫਿਰ ਤੁਰੇ ਜਾਵਾਂਗੇ ਤੇ ਫਿਰ ਅਗਲੇ ਬੰਨੇ ਕਹਿੰਦੇ ਮਿਰਗ ਤ੍ਰਿਸ਼ਨਾ। ਔਰ ਜਿੱਦਾਂ ਇੱਕ ਹਿਰਨ, ਉਹਨੂੰ ਜੰਗਲ ਤੋਂ ਬਾਹਰ ਜਿਹੜੀ ਰੇਤਾ ਹੈ ਨਾ, ਉਹਦੇ ਚ ਪਾਣੀ ਦਿਖਾਈ ਦਿੰਦਾ, ਫਿਰ ਉਹ ਪਾਣੀ ਦੇ ਕੋਲ ਜਾਂਦਾ। ਇਸੇ ਤਰ੍ਹਾਂ ਆਪਣਾ ਜੀਵਨ ਲੰਘ ਜਾਣਾ। ਔਰ ਤੁਸੀਂ ਵੇਖੋਗੇ ਤੁਹਾਡਾ ਕਿੰਨਾ ਜੀਵਨ ਲੰਘ ਚੁੱਕਿਆ। ਉਹ ਫਿਰ ਉਹ ਰੇਤਾ ਦੇ ਕੋਲ ਜਾਂਦਾ ਹੈ, ਉੱਥੇ ਚਮਕਦੀ ਰੇਤਾ ਕੋਲ, ਉੱਥੇ ਉਹਨੂੰ ਪਤਾ ਲੱਗਦਾ ਇਹ ਉਹ ਪਾਣੀ ਨਹੀਂ ਹੈ, ਪਾਣੀ ਤੇ ਅੱਗੇ ਚੱਲ ਗਿਆ, ਫਿਰ ਉੱਥੇ ਜਾਂਦਾ ਹੈ। ਇਹ ਤਾਂ ਤੁਰਿਆ ਜਾਂਦਾ। ਇਸੇ ਤਰ੍ਹਾਂ ਤੁਸੀਂ ਵੇਖੋ ਤੁਹਾਡਾ ਜੀਵਨ, ਪਹਿਲਾਂ ਤੁਸੀਂ ਕਹੋਗੇ ਉਹ ਫਲਾਨੀ ਜਗ੍ਹਾ ਲੈਣੀ ਹੈ, ਤੁਸੀਂ 15 ਸਾਲ ਤੋਂ ਪਹਿਲਾਂ ਦੇਖੋ, ਜ਼ਿਆਦਾ ਨਹੀਂ 15 ਸਾਲ ਤੁਸੀਂ ਲਾ ਲਓ, 16-17 ਸਾਲ ਲਾ ਲਓ, ਤੁਸੀਂ 16 ਸਾਲ ਪਹਿਲਾਂ ਆਪਣਾ ਜੀਵਨ ਦੇਖੋ, ਤੁਹਾਡਾ ਜੀਵਨ ਕੀ ਸੀ। ਹੁਣ ਤੁਹਾਡੇ ਕੋਲ ਬਹੁਤ ਕੁਛ ਆ ਗਿਆ, ਪਰ ਤੁਹਾਡੇ ਮਨ ਦਾ ਕੋਈ ਕੋਨਾ ਭਰਿਆ ਨਹੀਂ ਆ। ਇਹਨੇ ਹੋਰ ਤ੍ਰਿਸ਼ਨਾਵਾਂ ਪੈਦਾ ਕਰ ਲਈਆਂ, ਇਹਨੂੰ ਹੋਰ ਪਾਣੀ ਦਿਖਦਾ ਹੈ। ਪਹਿਲਾਂ ਤਾਂ ਇੱਕ ਜਗ੍ਹਾ ਦਿਖਦਾ ਸੀ ਨਾ, ਹੁਣ ਇਹਨੂੰ ਸੱਜੇ ਖੱਬੇ ਇੱਧਰ ਉੱਧਰ ਪਾਣੀ ਦਿਖਾਈ ਦਿੰਦਾ ਹੈ, ਔਰ ਉੱਥੇ ਤੁਰਿਆ ਜਾਂਦਾ ਹੈ। ਤੁਹਾਨੂੰ ਜਿਹੜੀ ਚੀਜ਼ ਨਹੀਂ ਮਿਲੀ ਨਾ, ਇੱਕ ਸਮਾਂ ਆਊਗਾ ਤੁਹਾਨੂੰ ਮਿਲੇਗੀ। ਤੇ ਤੁਸੀਂ ਮੈਨੂੰ ਫੋਨ ਕਰ ਦਿਓ ਕਿ ਚਰਨਜੀਤ ਜਿਹੜੀ ਚੀਜ਼ ਮੇਰੇ ਮਨ ਚ ਇੱਛਾ ਹੈਗੀ ਸੀ ਨਾ, ਜਿਵੇਂ ਮੇਰੀ ਪੂਰੀ ਹੋ ਗਈ ਹੈ ਤੇ ਮੇਰਾ ਮਨ ਸ਼ਾਂਤ ਹੋ ਗਿਆ। ਨਹੀਂ ਹੋ ਸਕਦਾ, ਨਹੀਂ ਹੋਵੇਗਾ।
ਤੁਸੀਂ ਜਿਸ ਔਰਤ ਨੂੰ ਜਾਂ ਜਿਸ ਮਰਦ ਦੇ ਨਾਲ ਵਿਆਹ ਕਰਨਾ ਚਾਹਿਆ, ਤੁਸੀਂ ਉਹਦੇ ਨਾਲ ਵਿਆਹ ਕਰਕੇ ਵੇਖਿਓ। ਬਾਅਦ ਚ ਮੈਨੂੰ ਫੋਨ ਕਰਦੇ ਹੋ, ਹਾਂ ਚਰਨਜੀਤ ਮਨ ਸ਼ਾਂਤ ਹੋ ਗਿਆ। ਨਹੀਂ ਹੋਵੇਗਾ, ਉਹ ਅੱਗੇ ਤੁਰ ਪਏਗਾ, ਉਹ ਤੁਹਾਨੂੰ ਲਈ ਫਿਰੂਗਾ, ਤੁਹਾਨੂੰ ਉਂਗਲਾਂ ਤੇ ਨਾਚ ਨਚਾਵੇਗਾ। ਜਿੱਦਾਂ ਬੰਗਲਾ ਕਹਿੰਦੇ ਨਾ, ਖੇਲ ਕਰਦਾ, ਤੁਸੀਂ ਸਾਰੀ ਜ਼ਿੰਦਗੀ ਖੇਲ ਹੀ ਕਰਦੇ ਰਹਿਣਾ। ਜਿਹੜੀ ਚੀਜ਼ ਅੱਜ ਮੈਨੂੰ ਬੜੀ ਵਧੀਆ ਲੱਗਦੀ, ਪਹਿਲਾਂ ਬੰਦਾ ਸੋਚਦਾ ਕਿ ਮੈਨੂੰ ਨਾ ਨੌਕਰੀ ਮਿਲ ਜੇ, ਯਾਰ ਕੋਈ ਨੌਕਰੀ ਮਿਲ ਜੇ ਨਿਜਰ ਸਾਹਿਬ, ਤੇ ਫਿਰ ਜਦੋਂ ਮਿਲ ਜਾਂਦੀ ਆ, ਫਿਰ ਉੱਥੇ ਜਾ ਕੇ ਫਿਰ ਬੰਦੇ ਦਾ ਕਹਿੰਦੇ ਨੌਕਰੀ ਨਾਲ ਕੀ ਬਣਦਾ, ਫਿਰ ਕਹਿੰਦਾ ਜਦ ਤੱਕ ਉੱਥੇ 5-7 ਹਜ਼ਾਰ ਬਣ ਨਹੀਂ ਜਾਂਦਾ ਚੈਨ ਨਹੀਂ ਆਉਂਦਾ। ਪਰ ਇੱਕ ਤੂੰ ਇਹ ਸੋਚ ਕਿ ਜਦੋਂ ਤੇਰੇ ਕੋਲ ਨੌਕਰੀ ਨਹੀਂ ਸੀ, ਤੂੰ ਕਿੱਦਾਂ ਦਰ ਧੱਕੇ ਖਾਂਦਾ ਫਿਰਦਾ ਸਾਂ ਕਿ ਮੈਨੂੰ ਨੌਕਰੀ ਦੇ ਦਿਓ, ਮੈਨੂੰ ਨੌਕਰੀ ਦੇ ਦਿਓ, ਮੇਰੇ ਬੱਚੇ ਨੇ, ਮੇਰਾ ਬੜਾ ਜੀਵਨ ਔਖਾ ਹੈ। ਤੇ ਭੁੱਲਿਆ ਤੂੰ ਸਭ ਭੁੱਲ ਗਿਆ, ਹੁਣ ਨੌਕਰੀ ਮਿਲ ਗਈ ਹੈ, ਤੂੰ ਫਾਰ ਗਰੰਟੀ ਲੈ ਲਈ ਹੈ ਕਿ ਨੌਕਰੀ ਤੈਨੂੰ ਮਿਲ ਗਈ ਹੈ, ਤੇ ਤੂੰ ਆ ਪਤਾ ਨਹੀਂ ਕਿਹੜੇ ਕਰਮ ਕਰੀ ਜਾਂਦੇ ਆ। ਇਹ ਤੇ ਬਹੁਤ ਮਾੜੀ ਚੀਜ਼ ਹੈ। ਤੂੰ ਭੁੱਲ ਗਿਆ ਉਹ ਫਰਿਆਦਾਂ ਕੀਤੀਆਂ ਸੀ। ਇਨਸਾਨ ਏਦਾਂ ਦਾ ਜੋ ਬੜਾ ਗੰਦਾ ਇਨਸਾਨ ਹੈ। ਜੇ ਤੇਰੇ ਕੋਲ ਨਹੀਂ ਨਾ ਨੌਕਰੀ ਹੁੰਦੀ ਤੇ ਤਰਲੇ ਲੈਂਦਾ ਫਿਰਦਾ, ਮੈਨੂੰ ਨੌਕਰੀ ਦੇ ਦਿਓ, ਮੈਨੂੰ ਨੌਕਰੀ। ਜਦੋਂ ਨੌਕਰੀ ਮਿਲ ਜਾਂਦੀ ਹੈ ਫਿਰ ਪਾਪੀ ਹੋ ਜਾਂਦਾ, ਫਿਰ ਬਹੁਤ ਪ੍ਰੋਬਲਮ ਹੁੰਦੀ ਹੈ। ਔਰ ਇਸੇ ਤਰ੍ਹਾਂ ਬਹੁਤ ਪੂਰਨ ਦੇ ਪੂਰ ਤੁਰੇ ਜਾਂਦੇ ਆ। ਔਰ ਆਪਾਂ ਤੇ ਕੋਈ ਅਰਦਾਸ ਕਰਨੀ ਆ ਪ੍ਰਮਾਤਮਾ ਦੇ ਕੋਲੋਂ ਕਿ ਮੇਰੇ ਪਿਤਾ ਸੁੱਖੀ ਰੁੱਖੀ ਮਿੱਸੀ ਦੇ ਦੀ, ਪਰ ਕੋਈ ਏਦਾਂ ਦਾ ਅੰਨ ਦਾ ਦਾਣਾ ਮੇਰੇ ਮੂੰਹ 'ਚ ਨਾ ਪਾਵੇ ਕਿ ਮੈਨੂੰ ਬੜੀ ਪ੍ਰੋਬਲਮ ਹੋ ਜਾਣੀ। ਔਰ ਬਾਈ ਗੋਡ ਤੁਸੀਂ ਅਰਦਾਸ ਕਰਕੇ ਵੇਖ ਲਿਓ, ਸੇਵਕ ਕਹੇ ਤੇ ਪਰਤਕ ਸੇਵਕ ਜਨ ਮਾਨੇ ਪਰਤਕ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ ਪਰਤਕ ਗੁਰੂ ਨਿਸਤਾਰੇ। ਬਾਣੀ 'ਚ ਲਿਖਿਆ ਤੁਸੀਂ ਆਪਣਾ ਰਿਜ਼ਕ ਮੰਗ ਲਓ, ਤੁਸੀਂ ਕਹਿ ਦਿਓ ਕਿ ਮੇਰੇ ਪਿਤਾ ਮੈਂ ਇਹ ਮਾੜਾ ਰਿਜ਼ਕ ਨਹੀਂ ਉਹ ਲੈਣਾ। ਦੇਖੋ ਤੁਹਾਡੀ ਜ਼ਿੰਦਗੀ 'ਚ ਰਿਜ਼ਕ ਆਊਗਾ, ਜੋ ਗਰੰਟੀ 'ਚ ਮੈਂ ਤੁਹਾਨੂੰ ਲਿਖ ਕੇ ਦਿੰਦਾ ਵਾਂ। ਐਡੀ ਵੱਡੀ ਗੱਲ ਮੈਂ ਕਰਤੀ। ਤੁਸੀਂ ਕਹੋ ਕਿ ਮੇਰੇ ਪਿਤਾ ਮੈਂ ਮਾੜਾ ਰਿਜ਼ਕ ਨਹੀਂ ਲੈਣਾ, ਮੈਨੂੰ ਚੰਗਾ ਰਿਜ਼ਕ ਦੇ, ਮੇਰਾ ਰਿਜ਼ਕ ਦੇ ਇਮਾਨਦਾਰੀ ਦਾ, ਉਹ ਬੇਈਮਾਨੀ ਦਾ ਰਿਜ਼ਕ ਮੈਨੂੰ ਨਹੀਂ ਚਾਹੀਦਾ। ਦੇਖੋ ਫਿਰ ਪ੍ਰਕਿਰਤੀ ਇਹ ਅਰਦਾਸ ਸਾਡੇ ਤੋਂ ਚਾਹੁੰਦੀ ਆ, ਪਰ ਬੰਦਾ ਨਹੀਂ ਜੋ ਕਰਦਾ, ਬੰਦਾ ਜਾਣ ਕੇ ਝੱਖਾ ਮਾਰੀ ਜਾਂਦਾ ਵਾ। ਤੁਸੀਂ ਕਹਿ ਲਓ ਪ੍ਰਕਿਰਤੀ ਨੂੰ ਕਿ ਮੇਰੇ ਪਿਤਾ ਮੈਂ ਬ੍ਰਹਮ ਗਿਆਨੀ ਬਣਨਾ ਚਾਹੁੰਦਾ, ਤੁਸੀਂ ਬ੍ਰਹਮ ਗਿਆਨੀ ਬਣ ਜਾਓਗੇ। ਤੁਸੀਂ ਕਹੋ ਮੈਂ ਠੱਗ ਬਣਨਾ ਚਾਹੁੰਦਾ, ਪ੍ਰਕਿਰਤੀ ਤੁਹਾਨੂੰ ਠੱਗ ਬਣਾ ਦੂਗੀ। ਤੁਸੀਂ ਕਹੋ ਕਿ ਮੈਂ ਬਹੁਤ ਵੱਡਾ ਚੋਰ ਬਣਨਾ ਚਾਹੁੰਦਾ, ਲੱਜਾ ਸਾਹਿਬ ਪ੍ਰਕਿਰਤੀ ਤੁਹਾਨੂੰ ਬਹੁਤ ਵੱਡਾ ਚੋਰ ਬਣਾ ਦੇਗੀ। ਬਿਲਕੁਲ ਸਹੀ ਹੈ ਗੋਰਖੀ ਸਾਹਿਬ। ਦੇਖੋ ਸਿੰਪਲ ਜੀ ਤਾਂ ਗੱਲ ਹੈ, ਮਾਲਕ ਕਹਿੰਦਾ ਮੈਂ ਤੇਰਾ ਸੇਵਕ ਹਾਂ, ਤੂੰ ਜੋ ਮੂੰਹ ਤੋਂ ਕਹਿੰਦਾ ਮੈਂ ਉਹੀ ਕਰਦਾ ਹਾਂ। ਇਸ ਕਰਕੇ ਮਾਲਕ ਜਿਹੜਾ ਹੈਗਾ, ਇਹ ਜਿਹੜੇ ਆਪਾਂ ਜੋ ਕਰਦੇ ਹਾਂ ਇਹਨਾਂ ਕਰਮਾਂ ਦਾ ਜਿਹੜਾ ਫਲ ਜਿਹੜਾ ਹੈਗਾ, ਮਾਲਕ ਆਪਣੇ ਉੱਪਰ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਲੈਂਦਾ, ਇਸੇ ਕਾਰਨ ਨਹੀਂ ਲੈਂਦਾ। ਆਹੋ ਤੁਸੀਂ ਵੇਖੋ, ਤੁਸੀਂ ਤੇ ਇੱਕ ਕਣਕ ਦਾ ਦਾਣਾ ਬੀਜਿਆ ਸੀ, ਉੱਥੇ 100 ਕਿੱਥੋਂ ਲੱਗ ਗਏ। ਇਹ ਪ੍ਰਕਿਰਤੀ ਆ, ਇਹ ਜੋ ਮੰਗਾਂਗੇ ਮਿਲਣਾ। ਹਾਂਜੀ ਨਿਜਾ ਸਾਹਿਬ ਅੱਜ ਦੀ ਵਿਚਾਰ ਇੱਥੇ ਕਰ ਦਈਏ। ਹਾਂਜੀ ਬਹੁਤ ਵਧੀਆ ਜੀ, ਬਹੁਤ ਕਮਾਲ ਦੀ ਵਿਚਾਰ ਹੈ। ਮੈਂ ਤਾਂ ਹੈਰਾਨ ਹਾਂ ਜੀ, ਬਾਰ ਮੇਰਾ ਜੀ ਕਰਦਾ ਫਰੀਦ ਜੀ ਦੇ ਪੈਰ ਚੁੰਮ ਲਈਏ, ਇੰਨੀ ਮਤਲਬ ਇਹਨਾਂ ਦੇ ਇੰਨਾ ਜਿਹੜਾ ਹੈਗਾ ਭਰਪੂਰ ਹੈਗਾ ਜੀ, ਬਹੁਤ ਕਮਾਲ ਹੈ ਜੀ। ਹਾਂ ਉਹਨਾਂ ਨੇ ਸਾਨੂੰ ਸਮਝਾਇਆ, ਆਪ ਉਹ ਪਾਸ ਹੋ ਗਏ ਨੇ ਤੇ ਸਾਨੂੰ ਬਸ ਇਹੋ ਸਮਝਾਉਂਦੇ ਨੇ ਕਿ ਬਸ ਥੋੜਾ ਜਿਹਾ ਹੀ ਧਿਆਨ ਦਈਏ। ਬਸ ਥੋੜੇ ਦਾ ਮਤਲਬ ਕਿ ਗੱਡੀ ਚਲਾਓ ਥੋੜਾ ਤਰੀਕੇ ਨਾਲ ਚਲਾਓ, ਗੱਲ ਖਤਮ। ਹੋਸ਼ 'ਚ ਚਲਾਓ, ਐਵੇਂ ਬੇਹੋਸ਼ੀ 'ਚ ਨਾ ਭੱਜੇ ਜਾਓ, ਕਿਉਂਕਿ ਇੱਥੇ ਬੇਹੋਸ਼ੀ ਵਾਸਤੇ ਕੋਈ ਜਗ੍ਹਾ ਹੀ ਨਹੀਂ ਹੈ। ਸਿੱਧੀ ਕਰ। ਓਕੇ ਜੀ, ਅੱਜ ਦੇ ਵਿਚਾਰੇ ਤੇ ਸਮਾਪਤ। ਹਾਂਜੀ ਵੀਰ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ, ਬਾਣੀ ਪੜ੍ਹਦੇ ਹਾਂ, ਵਿਚਾਰ ਕਰਦੇ ਹਾਂ, ਬਾਣੀ ਸਰਵਣ ਕਰਦੇ ਹਾਂ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ। ਦਣ ਬੱਚੇ ਸਮਝ ਕੇ ਮਾਫ਼ ਕਰੋ ਮੇਰੇ ਪਿਤਾ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਮੇਰੇ ਪਿਤਾ ਬਾਣੀ ਦਾ ਭਾਵ ਸੰਗਤ ਦੇ ਹਿਰਦੇ 'ਚ ਵਸਾਉਣਾ, ਨਾਮਦਾਨ ਦੇਣਾ ਮੇਰੇ ਪਿਤਾ, ਬੰਦਗੀ ਦੇਣੀ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ, ਦੇਹ ਨਿਰੋਗਤਾ ਬਖਸ਼ਣੀ, ਸਮੱਤ ਬਖਸ਼ਣੀ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਧ ਸੰਗਤ ਦੀ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।